ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਬੁਰਜ ਦਰਵਾਜੇ ਬਣਾਇਓ ਖਾਸ, ਮੰਡਿਓ ਸੋ ਮਰਨੋ ਥੇ ਥਾਂ ਵਾਸ। ਬੁਰਜ ਦਰਵਾਜੇ ਬਣਾਇਓ ਖਾਸ, ਮੰਡਿਓ ਸੋ ਮਰਨੋ ਤੈ ਥਾਂ ਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ 'ਚ ਹਾਜ਼ਰੀ ਭਰਨ ਲਈ ਸਤਿਗੁਰੂ ਨੇ ਸਮਾਂ ਬਖਸ਼ਿਆ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਰਾਮ ਰੌਣੀ ਦਾ ਕਿਲਾ ਉਸਾਰਿਆ ਗਿਆ ਗੁਰੂ ਕੇ ਸਿੰਘਾਂ ਦੇ ਵੱਲੋਂ ਅੰਮ੍ਰਿਤਸਰ ਦੀ ਧਰਤੀ ਤੇ, ਜਿੱਥੇ ਪਾਵਨ ਰਾਮਸਰ ਸਰੋਵਰ ਸਾਹਿਬ ਹੈ, ਉਸ ਰਾਮਸਰ ਸਰੋਵਰ ਦੇ ਕਿਨਾਰੇ ਤੇ ਖਾਲਸਾ ਜੀ ਗੁਰੂ ਕੇ ਸਿੰਘਾਂ ਨੇ 4 ਕੰਧਾਂ ਬਣਾਈਆਂ, ਕਿਲੇ ਵਰਗੀਆਂ ਮਜ਼ਬੂਤ ਕੰਧਾਂ। ਉਸ ਤੋਂ ਬਾਅਦ ਹੁਣ ਗੁਰੂ ਕੇ ਸਿੰਘ ਅੱਗੇ ਕਿਵੇਂ ਰਾਮ ਰੌਣੀ ਦੇ ਕਿਲੇ ਦੇ ਵਿੱਚ ਮੋਰਚਾ ਲਾਉਂਦੇ ਨੇ ਅਤੇ ਕਿਸ ਤਰ੍ਹਾਂ ਫਿਰ ਮੀਰ ਮੰਨੂ ਆਪਣੀਆਂ ਫੌਜਾਂ ਚੜ੍ਹਾ ਕੇ ਭੇਜਦਾ, ਆਪਾਂ ਅੱਜ ਸਰਵਣ ਕਰਾਂਗੇ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਉਚਾਰਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬੁਰਜ ਦਰਵਾਜੇ ਬਣਾਇਓ ਖਾਸ। ਹੁਣ ਖਾਲਸਾ ਜੀ ਉਸ ਬੁਰਜ ਦੇ ਰਾਮ ਰੌਣੀ ਕਿਲੇ ਦੇ 4 ਦਰਵਾਜ਼ੇ ਬਣਵਾਏ। ਮੰਡਿਓ ਸੋ ਮਰਨੋ ਤਹਿ ਥਾਂ ਵਾਸ। ਅਤੇ ਇਸ ਤੋਂ ਬਾਅਦ ਗੁਰੂ ਕੇ ਸਿੰਘਾਂ ਨੇ ਮਨ ਵਿੱਚ ਇਹ ਧਾਰ ਲਿਆ ਵੀ ਜਾਂ ਤਾਂ ਦੁਸ਼ਮਣ ਦਾ ਮੁਕਾਬਲਾ ਕਰਾਂਗੇ
ਜਾਂ ਮਾਰਾਂਗੇ ਜਾਂ ਮਰਾਂਗੇ, ਸ਼ਹੀਦ ਹੋਵਾਂਗੇ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਮੋਰਚੇ ਲਾ ਲਏ। ਜੋ ਲੱਭਿਓ ਕਿਛ ਖਰਸ ਸੋ ਪਾਇਓ। ਹੁਣ ਖਾਲਸਾ ਜੀ ਉੱਥੇ ਜੰਗ ਲੜਨ ਵਾਸਤੇ, ਛਕਣ ਵਾਸਤੇ ਵੀ ਪਦਾਰਥ ਚਾਹੀਦੇ। ਇਸ ਕਰਕੇ ਜੋ ਵੀ ਮਿਲਿਆ ਕਹਿੰਦੇ ਸਾਰਿਆਂ ਨੇ ਇੱਕੋ ਥਾਂ ਦੇ ਉੱਤੇ ਹਾਜ਼ਰ ਕਰ ਦਿੱਤਾ। ਲੁੱਟਿਓ ਕੁੱਟਿਓ ਥੋ ਜੋ ਪੁੱਜ ਚਾਹਿਓ। ਜਿਹੜਾ ਵੀ ਕੋਈ ਗੁਰੂ ਕਾ ਸਿੱਖ ਕਿਤੋਂ ਸ਼ੇਰ ਪੰਜਾ ਕਰਕੇ ਕੋਈ ਵੀ ਪਦਾਰਥ ਲਿਆਇਆ, ਇੱਕ ਥਾਂ ਦੇ ਉੱਤੇ ਸਾਰਿਆਂ ਨੇ ਇਕੱਠੇ ਕਰ ਦਿੱਤੇ ਚਾਰੇ ਔਰ ਤੈ ਰੌਣੀ ਬਣਾਈ। ਅਤੇ ਚਾਰੇ ਪਾਸੇ ਕਿਲੇ ਦੀਆਂ ਮਜ਼ਬੂਤ ਕੰਧਾਂ ਬਣਾ ਲਈਆਂ। ਇਮ ਕਰ ਰੌਣੀ ਨਾਮ ਸਦਾਈ। ਰਾਮਸਰ ਸਰੋਵਰ ਦੇ ਕਿਨਾਰੇ ਤੇ ਇਹ ਕਿਲਾ ਬਣਾਇਆ ਗਿਆ, ਇਸ ਕਰਕੇ ਰਾਮ ਰੌਣੀ ਕਿਲਾ ਇਸ ਨੂੰ ਕਿਹਾ ਜਾਂਦਾ ਹੈ। ਗਿਰਦੇ ਲਏ ਭੋਏ ਮੋਰਚੇ ਪੁਟਾਏ। ਤੇ ਉਸ ਤੋਂ ਬਾਅਦ ਖਾਲਸਾ ਜੀ ਇਸ ਕਿਲੇ ਦੇ ਚਾਰੇ ਪਾਸੇ ਵੀ ਨਾ ਖਾਈ ਪੁੱਟ ਦਿੱਤੀ, ਡੂੰਗੀ ਖਾਈ, ਤੇ ਮੋਰਚੇ ਬਣਾ ਲਏ। ਖਾਈ ਲਈ ਅਤ ਗਹਿਰ ਕਰਾਏ। ਉਹ ਜਿਹੜੀ ਖਾਈ ਬਣਾਈ ਸੀ ਇਸ ਕਰਕੇ ਵੀ ਜਦੋਂ ਦੁਸ਼ਮਣ ਚੜ੍ਹ ਕੇ ਆਵੇ ਤੇ ਆਲੇ ਦੁਆਲੇ ਪਾਣੀ ਪਾਇਆ ਜਾਵੇਗਾ, ਤੇ ਜਦੋਂ ਦੁਸ਼ਮਣ ਚੜ੍ਹ ਕੇ ਆਵੇਗਾ ਤੇ ਖਾਈ ਦੇ ਕਾਰਨ ਕਿਲੇ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗਾ। ਅੱਜ ਵੀ ਜਦੋਂ ਆਪਾਂ ਕਿਲਿਆਂ ਨੂੰ ਵੇਖਦੇ ਆਂ, ਕਿਲਿਆਂ ਦੇ ਆਲੇ ਦੁਆਲੇ ਇੱਕ ਸੂਆ ਜਾਂ ਇੱਕ ਖਾਈ ਦੀ ਤਰ੍ਹਾਂ ਬਣਾਇਆ ਹੁੰਦਾ ਹੈ। ਉਹਦੇ ਵਿੱਚ ਰਾਜੇ ਮਹਾਰਾਜੇ ਪਾਣੀ ਛੱਡ ਕੇ ਬਾਅਦ ਵਿੱਚ ਮਗਰਮੱਛ ਛੱਡ ਦਿੰਦੇ ਸੀ ਕਿ ਦੁਸ਼ਮਣ ਕਿਲੇ ਵਿੱਚ ਨਾ ਆ ਜਾਵੇ। ਸੋ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਵੀ ਰਾਮ ਰੌਣੀ ਦੇ ਆਲੇ ਦੁਆਲੇ ਇੱਕ ਖਾਈ ਬਣਾ ਲਈ। ਆਪੇ ਪਟੇ ਆਪ ਉਸਾਰੈ। ਹੁਣ ਇਹ ਗੁਰੂ ਕੇ ਸਿੰਘ ਨੇ ਜਿਹੜੇ ਜੰਗ ਲੜਨ ਲਈ ਤਿਆਰ ਨੇ, ਭਾਈ ਰਤਨ ਸਿੰਘ ਭੰਗੂ ਕਹਿੰਦੇ ਖੁਦ ਹੀ ਕਿਲਾ ਬਣਾਇਆ, ਖੁਦ ਹੀ ਇਹਨਾਂ ਨੇ ਮਿੱਟੀ ਪੁੱਟੀ, ਖੁਦ ਹੀ ਖਾਲਸਾ ਜੀ ਰਾਮ ਰੌਣੀ ਦੇ ਕਿਲੇ ਦੀ ਉਸਾਰੀ ਕਰ ਲਈ। ਸਾਰਾ ਕੁਝ ਗੁਰੂ ਕੇ ਸਿੱਖ ਆਪਣੇ ਹੱਥੀਂ ਕਰ ਰਹੇ ਨੇ। ਰਾਮ ਮਜੂਰ ਸਿੰਘ ਗੁਰੂ ਪਿਆਰੇ। ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਘਰ ਦੇ ਕਾਰਜ ਸਿੱਖ ਆਪ ਹੀ ਕਰਦੇ ਨੇ। ਰਾਤ ਦਿਵਸ ਕਰ ਕੰਧ ਚਿਨਾਈ। ਦਿਨ ਰਾਤ ਇੱਕ ਕਰਕੇ ਇਹਨਾਂ ਨੇ ਕੰਧਾਂ ਬਣਾਈਆਂ। ਕਿਛ ਕਿਆਸਰੋ ਲਿਓ ਬਣਾਈ। ਹੁਣ ਗੁਰੂ ਕੇ ਸਿੰਘਾਂ ਨੇ ਆਸਰਾ ਬਣਾ ਲਿਆ। ਦੁਸ਼ਮਣ ਦੇ ਨਾਲ ਮੁਕਾਬਲਾ ਕਰਨ ਵਾਸਤੇ ਇੱਕ ਮੋਰਚਾ ਬਣਾ ਲਿਆ। ਸਿੰਘ ਪੰਜ ਸਹਿ ਭਿਓ ਉਹਾਂ ਸਾਰੇ। ਹੁਣ ਰਾਮ ਰੌਣੀ ਕਿਲੇ ਦੇ ਅੰਦਰ ਕੇਵਲ ਤੇ ਕੇਵਲ 500 ਸਿੱਖ ਨੇ। 500 ਗੁਰੂ ਕੇ ਸਿੱਖ ਰਾਮ ਰੌਣੀ ਦੇ ਕਿਲੇ ਦੇ ਅੰਦਰ ਨੇ। ਸ਼ਹੀਦ ਹੋਣ ਕੋ ਉਨ ਪ੍ਰਣ ਧਾਰੇ। ਤੇ 500 ਦੇ 500 ਹੀ ਇਹ ਮਨ ਵਿੱਚ ਧਾਰ ਕੇ ਬੈਠੇ ਨੇ ਵੀ ਅੱਜ ਗੁਰੂ ਰਾਮਦਾਸ ਦੇ ਘਰ ਵਾਸਤੇ ਸ਼ਹੀਦੀਆਂ ਪਾਵਾਂਗੇ। ਔਰ ਜਿਆਦ ਦੀ ਜਗ੍ਹਾ ਸੀ ਨਹੀਂ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜਗ੍ਹਾ ਹੀ 500 ਸਿੱਖਾਂ ਦੀ ਸੀ। ਜੇ ਹੋਰ ਵੀ ਜਗ੍ਹਾ ਹੁੰਦੀ ਖਾਲਸਾ ਜੀ ਤੇ ਸਿੱਖ ਹੋਰ ਵੀ ਆ ਜਾਂਦੇ, ਕਿਉਂਕਿ ਗੁਰੂ ਪ੍ਰਤੀ ਸਿੱਖਾਂ ਦਾ ਪ੍ਰੇਮ ਐਸਾ ਹੈ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋ ਸੁਬਰਸਨਾ ਦੀਜਹਿ ਪ੍ਰਾਨ ਅਕੋਰ। ਇਹ ਆਪਣੇ ਜਿੰਦੜੀ ਵੀ ਲੇਖੇ ਵਿੱਚ ਲਾ ਦਿੰਦੇ ਨੇ। ਇਸ ਬਿਦ ਸਿੰਘ ਬੜੇ ਘਣੇ ਨਾਹੀ। ਸੋ ਇਸ ਕਰਕੇ ਕਹਿੰਦੇ ਜਿੰਨੀ ਜਗ੍ਹਾ ਸੀ ਉਸ ਜਗ੍ਹਾ ਮੁਤਾਬਕ 500 ਗੁਰੂ ਕਾ ਸਿੱਖ ਰਾਮ ਰੌਣੀ ਕਿਲੇ ਦੇ ਅੰਦਰ ਚਲਿਆ ਗਿਆ। ਇਸ ਤੋਂ ਜ਼ਿਆਦਾ ਨਹੀਂ ਆਏ ਕਿਉਂਕਿ ਜਗ੍ਹਾ ਨਹੀਂ ਸੀ। ਖਬਰ ਪਈ ਜਬ ਤੁਰਕ ਕੋ ਲੜਿਓ ਅਚਾਨਕ ਆਏ। ਤੇ ਜਦੋਂ ਮੀਰ ਮੰਨੂ ਨੂੰ ਪਤਾ ਲੱਗਾ ਵੀ ਗੁਰੂ ਕਿਆਂ ਸਿੱਖਾਂ ਨੇ ਅੰਮ੍ਰਿਤਸਰ ਇੱਕ ਕਿਲਾ ਬਣਾ ਲਿਆ, ਉਹਨੇ ਫਿਰ ਆਪਣੀਆਂ ਫੌਜਾਂ ਭੇਜ ਦਿੱਤੀਆਂ। ਮੀਰ ਮੰਨੂ ਨੇ ਭੇਜਿਓ ਦੀਨਾ ਬੇਗ ਚੜਾਏ। ਤੇ ਜਲੰਧਰ ਦਾ ਸੂਬੇਦਾਰ ਸੀ ਅਦੀਨਾ ਬੇਗ। ਖਾਲਸਾ ਜੀ ਅਦੀਨਾ ਬੇਗ ਨੂੰ ਮੀਰ ਮੰਨੂ ਨੇ ਹੁਕਮ ਕੀਤਾ ਵੀ ਜਾ ਸਿੱਖਾਂ ਦੇ ਹੱਲਾ ਬੋਲ। ਦੀਵਾਨ ਕੌੜਾ ਮਲ ਸਦੀਕਾ ਨਾਲ। ਤੇ ਖਾਲਸਾ ਜੀ ਸਦੀਕ ਅਲੀ ਤੇ ਦੀਵਾਨ ਕੌੜਾ ਮਲ ਇਹ ਦੋਵੇਂ ਵੀ ਮੀਰ ਮੰਨੂ ਦੇ ਹੁਕਮ ਲੈ ਕੇ ਸਿੱਖਾਂ ਦੇ ਉੱਤੇ ਚੜ੍ਹਾਈ ਕਰਨ ਲਈ ਤੁਰੇ ਨੇ। ਅਜੀਜ਼ ਖਾਨ ਤੇ ਸੂਬੇਦਾਰ। ਇੱਕ ਸੂਬੇਦਾਰ ਹੈ ਜਿਹਦਾ ਨਾਮ ਹੈ ਅਜੀਜ਼ ਖਾਨ। ਇਹ ਅਜੀਜ਼ ਖਾਨ ਵੀ ਸਿੰਘਾਂ ਦੇ ਉੱਤੇ ਹਮਲਾ ਕਰਨ ਲਈ ਧਾਵਾ ਬੋਲਦਾ ਹੈ। ਰਾਜੇ ਪਹਾੜੀ ਕਈ ਚੜਾਏ। ਤੇ ਮੀਰ ਮੰਨੂ ਨੇ ਕਈ ਪਹਾੜੀ ਰਾਜਿਆਂ ਨੂੰ ਵੀ ਹੁਕਮ ਕੀਤਾ ਵੀ ਸਿੱਖਾਂ ਨੇ ਕਿਲਾ ਬਣਾਇਆ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਮਲੀਆ ਮੇਟ ਕਰ ਦੋ। ਤੋਪਖਾਨੋਂ ਬੋ ਸਾਥ ਲਿਆਏ। ਆਪਣੀਆਂ ਫੌਜਾਂ ਦੇ ਨਾਲ ਵੱਡੇ ਵੱਡੇ ਤੋਪਖਾਨੇ ਵੀ ਭੇਜੇ, ਤੋਪਾਂ ਵੀ ਚੜਾ ਕੇ ਭੇਜ ਦਿੱਤੀਆਂ। ਤੁਰਕਨ ਤਬ ਰਣਗੜੋ ਬਣਾਇਆ। ਇਸ ਤਰ੍ਹਾਂ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆਏ
ਤੇ ਤੁਰਕਾਂ ਨੇ ਰਣ ਤੱਤੇ ਦੇ ਅੰਦਰ ਜੰਗ ਦੇ ਮੈਦਾਨ ਦੇ ਅੰਦਰ ਇੱਕ ਥੰਬ ਗੜ ਦਿੱਤਾ, ਮੋਰਚੇ ਬਣਾ ਲਏ। ਰੌਣੀ ਦਰਵਾਜੇ ਸਨਮੁਖ ਟਿਕਾਇਆ। ਖਾਲਸਾ ਜੀ ਰਾਮ ਰੌਣੀ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ ਤੋਪਾਂ ਖੜੀਆਂ ਕਰ ਦਿੱਤੀਆਂ ਕਿ ਇਹ ਤੋਪ ਦੇ ਗੋਲੇ ਦਾ ਨਿਸ਼ਾਨਾ ਬੰਨੀਏ ਤੇ ਦਰਵਾਜ਼ੇ ਨੂੰ ਭੰਨ ਕੇ ਅੰਦਰ ਚਲੇ ਜਾਈਏ। ਤਬੇ ਖਾਲਸੇ ਬਾਤ ਵਿਚਾਰੀ। ਜਦੋਂ ਤੋਪਾਂ ਦੇ ਮੂੰਹ ਰਾਮ ਰੌਣੀ ਕਿਲੇ ਵੱਲ ਕੀਤੇ, ਉਦੋਂ ਫਿਰ ਗੁਰੂ ਕਿਆਂ ਸਿੱਖਾਂ ਨੇ ਮਨ ਵਿੱਚ ਵਿਚਾਰ ਕੀਤੀ ਤੁਰਕਨ ਪਾਈ ਹਮ ਪੈ ਭਾਰੀ। ਕਿ ਜਿਹੜੀ ਤੁਰਕ ਫੌਜ ਵੱਡੀ ਗਿਣਤੀ ਵਿੱਚ ਚੜ ਕੇ ਆਈ ਹੈ, ਸਾਡੇ ਤੇ ਭਾਰੀ ਪੈ ਜਾਵੇਗੀ। ਹੋਵੋ ਸ਼ਹੀਦ ਓ ਤੁਰਕਨ ਮਾਰੋ। ਇਸ ਕਰਕੇ ਹੁਣ ਖਾਲਸਾ ਜੀ ਸਮਾਂ ਆ ਗਿਆ, ਸ਼ਹੀਦ ਹੋਈਏ ਜਾਂ ਮਾਰੀਏ ਤੇ ਜਾਂ ਮਰੀਏ। ਇਹ ਵੀ ਸੁਣੀਏ ਜਗਤ ਅਖਾਰੋ। ਸੋ ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੱਖਾਂ ਨੇ ਜਦੋਂ ਇਹ ਫੈਸਲਾ ਲੈ ਲਿਆ ਦੀਨ ਮਜਬ ਕੋ ਯਹ ਹੈ ਯੁੱਧ। ਤੇ ਗੁਰੂ ਕੇ ਸਿੱਖ ਕਹਿੰਦੇ ਖਾਲਸਾ ਜੀ ਇਹ ਹੁਣ ਜਿਹੜਾ ਧਰਮ ਯੁੱਧ ਹੋਵੇਗਾ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਨਾ, ਧਰਮ ਯੁੱਧ ਕੇ ਚਾਏ, ਕਿ ਜਿਹੜਾ ਪੰਥ ਬਣਾਇਆ ਧਰਮ ਯੁੱਧ ਦੀ ਭਾਵਨਾ ਵਾਸਤੇ, ਧਰਮ ਯੁੱਧ ਦੇ ਚਾਅ ਵਾਸਤੇ ਬਣਾਇਆ। ਇਹ ਕਿਸੇ ਦੀ ਨਿੱਜੀ ਰੰਜਿਸ਼ ਜਾਂ ਨਿੱਜੀ ਲੜਾਈ ਨਹੀਂ ਸੀ, ਕੇਵਲ ਤੇ ਕੇਵਲ ਸਮਾਜ ਦੇ ਭਲੇ ਵਾਸਤੇ, ਸਮਾਜ ਦੇ ਹੱਕ ਮੁਗਲ ਹਕੂਮਤ ਤੋਂ ਦਬਾਉਣ ਵਾਸਤੇ, ਇਸ ਸਮਾਜ ਦੇ ਭਲੇ ਵਾਸਤੇ ਕੀਤੀ ਗਈ ਸਿੰਘਾਂ ਵੱਲੋਂ ਇੱਕ ਧਰਮ ਯੁੱਧ ਦੀ ਲੜਾਈ ਸੀ, ਜੋ ਗੁਰੂ ਕੇ ਸਿੱਖਾਂ ਨੇ ਇੱਥੇ ਕਰਨੀ ਚਾਹੀ। ਛੂਹੇ ਸ਼ਸਤਰ ਤਨ ਹੋਵਗ ਸੁਧ। ਤੇ ਸਾਰੇ ਸਿੱਖ ਇੱਕ ਦੂਸਰੇ ਨੂੰ ਕਹਿਣ ਲੱਗੇ ਵੀ ਖਾਲਸਾ ਜੀ ਜਦੋਂ ਦੁਸ਼ਮਣ ਦਾ ਸ਼ਸਤਰ ਤੁਹਾਡੇ ਤਨ ਤੇ ਆ ਕੇ ਲੱਗੇਗਾ ਤੇ ਤੁਹਾਡਾ ਤਨ ਪਵਿੱਤਰ ਹੋ ਜਾਵੇਗਾ। ਦੋਹਰਾ ਤਬ ਦਾ ਸਿੰਘ ਨਿਕਸ ਕਹਿ ਰਣਗੜ ਲਿਓ ਛੁਡਾਏ। ਉਦੋਂ ਫਿਰ ਰਾਮ ਰੌਣੀ ਕਿਲੇ ਤੋਂ ਬਾਹਰ 10-10 ਗੁਰੂ ਕੇ ਸਿੱਖ ਜਥੇ ਬਣਾ ਕੇ ਜਾਂਦੇ, 10-10 ਜਥੇ ਬਣਾ ਕੇ ਜਾਂਦੇ ਤਾਂ ਕਿ ਦੁਸ਼ਮਣ ਦਾ ਮੁਕਾਬਲਾ ਰਣ ਤੱਤੇ ਦੇ ਅੰਦਰ ਜਾ ਕੇ ਕਰ ਸਕੀਏ। ਤੁਰਕਨ ਮਾਰ ਸੋ ਮਰ ਗਏ ਜੋ ਬਚੇ ਹੋ ਰਲਿਓ ਪੁਨ ਆਏ। ਹੁਣ ਅੱਗੇ ਤੋਪਾਂ ਦੇ ਗੋਲੇ ਨੇ, ਅੱਗੇ ਬੰਦੂਕਾਂ ਦੀਆਂ ਗੋਲੀਆਂ, ਇਧਰੋਂ ਗੁਰੂ ਕੇ ਸਿੱਖ ਖਾਲਸਾ ਜੀ ਅਰਦਾਸਾਂ ਕਰਕੇ 10-10 ਜਥੇ ਬਣਾ ਕਰਕੇ ਬਾਹਰ ਨੂੰ ਜਾਂਦੇ, ਦੁਸ਼ਮਣ ਦਾ ਮੁਕਾਬਲਾ ਕਰਦੇ। ਅਖੀਰ ਤੋਪਾਂ ਦੇ ਗੋਲਿਆਂ ਦੇ ਸਾਹਮਣੇ ਗੁਰੂ ਕੇ ਸਿੱਖ ਆਪਣੀਆਂ ਛਾਤੀਆਂ ਡਾਹੁੰਦੇ, ਛਾਤੀਆਂ ਦੇ ਵਿੱਚ ਤੋਪਾਂ ਦੇ ਗੋਲੇ ਵੱਜਦੇ ਤੇ ਸਿੱਖ ਸ਼ਹੀਦ ਹੋ ਜਾਂਦੇ। ਇਸ ਤਰ੍ਹਾਂ ਦੁਸ਼ਮਣ ਦਾ ਮੁਕਾਬਲਾ ਕਰਦੇ ਕਰਦੇ ਗੁਰੂ ਕੇ ਸਿੰਘ ਸ਼ਹੀਦ ਹੋਏ। ਜਿਹੜਾ ਕੋਈ ਸਿੱਖ ਬਚ ਜਾਂਦਾ ਉਹ ਵਾਪਸ ਅਬ ਰਾਮ ਰੌਣੀ ਦੇ ਕਿਲੇ ਵਿੱਚ ਆ ਜਾਂਦਾ। ਚੌਪਈ ਕਰ ਹੱਲਾ ਸਿੰਘ ਸ਼ੇਰ ਜਿਮ ਪਾਵੇ। ਕਹਿੰਦੇ ਜਿਵੇਂ ਸ਼ੇਰ ਗਰਜਦਾ ਨਾ, ਸ਼ੇਰ ਬੜਕ ਮਾਰਦਾ, ਕਹਿੰਦੇ ਇਸ ਬੱਬਰ ਸ਼ੇਰ ਦੀ ਤਰ੍ਹਾਂ ਗੁਰੂ ਕੇ ਸਿੰਘ ਹੱਲਾ ਕਰਦੇ ਨੇ। ਤੇ ਖਾਲਸਾ ਜੀ ਮੁਸਲਮਾਨ ਤੇ ਮੁਗਲ ਹਕੂਮਤ ਦੇ ਸਿਪਾਹੀ ਇਹ ਕਹਿਣ ਲੱਗ ਪਏ ਸੀ, ਸਿੰਘ ਕਰੇ ਜਬ ਹੱਲਾ, ਕਹਿੰਦੇ ਮਚ ਜਾਏ ਥੜ ਥੱਲਾ। ਕਹਿੰਦੇ ਜਦੋਂ ਗੁਰੂ ਕੇ ਸਿੱਖ ਅਕਾਲ ਅਕਾਲ ਗੁਰਬਰ ਅਕਾਲ ਦਾ ਜਕਾਰਾ ਗਜਾ ਕੇ ਜੰਗ ਦੇ ਮੈਦਾਨ ਵਿੱਚ ਜਾ ਕੇ ਹੱਲਾ ਮਚਾਉਂਦੇ, ਕਹਿੰਦੇ ਅੰਦਰ ਤੱਕ ਉਹਨਾਂ ਨੂੰ ਕੰਬਣੀ ਛਿੜ ਜਾਂਦੀ ਦੁਸ਼ਮਣਾਂ ਨੂੰ। ਜਿਹੜੇ ਤੋਪਾਂ ਲੈ ਕੇ ਚੜ ਕੇ ਆਉਂਦੇ ਸੀ, ਕਹਿੰਦੇ ਉਹਨਾਂ ਦੀ ਇੱਕ ਵਾਰ ਆਤਮਾ ਕੰਬ ਜਾਂਦੀ ਜਦੋਂ ਸਿੰਘਾਂ ਦੇ ਪ੍ਰਤਾਪੀ ਚਿਹਰੇ ਵੇਖਦੇ। ਜਨ ਬਿਜਲ ਵਿੱਚ ਘਣਕੇ ਧਾਵੇ। ਕਹਿੰਦੇ ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ, ਬਿਜਲੀ ਗੜਕਦੀ ਹੈ, ਕਹਿੰਦੇ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਅੰਦਰ ਗੁਰੂ ਕੇ ਸਿੰਘਾਂ ਦੀਆਂ ਸ਼ਮਸ਼ੀਰਾਂ ਚਮਕਦੀਆਂ ਤੇ ਜਦੋਂ ਸਿੰਘ ਜਕਾਰਾ ਗਜਾਉਂਦੇ ਇਸ ਤਰ੍ਹਾਂ ਲੱਗਦਾ ਜਿਵੇਂ ਬਿਜਲੀ ਗੜਕ ਰਹੀ ਹੈ। ਇਹਾਂ ਮਾਰ ਜਾਉਹਾਂ ਲਗਾਵੇ। ਤੇ ਖਾਲਸਾ ਜੀ ਵੱਡੇ ਵੱਡੇ ਜਿਹੜੇ ਜਰਨੈਲ ਸਨ ਜਾ ਕੇ ਗੁਰੂ ਕੇ ਸਿੰਘ ਮੁਕਾਬਲਾ ਕਰਦੇ। ਪਿਆ ਪੈਰ ਪਿਆਦੇ ਘੋੜੇ ਜਿਮ ਧਾਵੇ। ਕਹਿੰਦੇ ਸਿੰਘ ਇੰਨੇ ਕੇ ਫੁਰਤੀਲੇ ਸੀ, ਇੰਨੇ ਕੇ ਬਲੀ ਸੀ ਖਾਲਸਾ ਜੀ ਕਿ ਦੁਸ਼ਮਣ ਘੋੜਿਆਂ ਤੇ ਸਵਾਰ ਸੀ ਤੇ ਗੁਰੂ ਕੇ ਸਿੰਘ ਪੈਦਲ ਜੰਗ ਦੇ ਮੈਦਾਨ ਵਿੱਚ ਸਨ। ਪਰ ਕਹਿੰਦੇ ਫੁਰਤੀ ਇੰਨੀ ਸੀ, ਦੁਸ਼ਮਣ ਘੋੜਿਆਂ ਦੀ ਰਫ਼ਤਾਰ ਤੇ ਜਾ ਰਿਹਾ ਸੀ ਤੇ ਗੁਰੂ ਕੇ ਸਿੱਖ ਬਿਨਾਂ ਘੋੜੇ ਤੋਂ ਪੈਦਲ ਹੀ ਜਾ ਕਰਕੇ ਪੂਰੀ ਬਰਾਬਰੀ ਕਰਦੇ ਸੀ। ਇੰਨੀ ਤੇਜ਼ ਦੌੜਦੇ ਸੀ ਵੀ ਘੋੜੇ ਦੇ ਬਰਾਬਰ ਜਾ ਕਰਕੇ ਦੁਸ਼ਮਣ ਨੂੰ ਪਕੜ ਲੈਂਦੇ ਸੀ। ਇਸ ਤਰ੍ਹਾਂ ਗੁਰੂ ਕੇ ਸਿੰਘ ਮਹਾਨ ਸੂਰਬੀਰ ਯੋਧੇ ਸਨ। ਰਾਤ ਹਨੇਰੀ ਸਿੰਘ ਜਾਏ ਪਰੇ। ਤੇ ਜਦੋਂ ਹਨੇਰੀ ਰਾਤ ਹੋਣੀ, ਗੁਰੂ ਕੇ ਸਿੱਖਾਂ ਨੇ ਜਾ ਕੇ ਅੱਧੀ ਰਾਤ ਨੂੰ ਦੁਸ਼ਮਣ ਦੇ ਖਾਲਸਾ ਜੀ ਡੇਰਿਆਂ ਤੇ ਹੱਲਾ ਬੋਲ ਦੇਣਾ। ਸਿੰਘਨ ਭੁਲਾਵੇ ਤੁਰਕ ਆਪ ਮਰੈ। ਤੇ ਜਦੋਂ ਅੱਧੀ ਰਾਤ ਗੁਰੂ ਕੇ ਸਿੰਘਾਂ ਨੇ ਜਾ ਕੇ ਜਕਾਰੇ ਗਜਾਉਣੇ, ਕਹਿੰਦੇ ਦੁਸ਼ਮਣ ਨੇ ਘਬਰਾ ਜਾਣਾ
ਤੇ ਮੁਗਲ ਹਕੂਮਤ ਦੀਆਂ ਫੌਜਾਂ ਆਪਸ ਦੇ ਵਿੱਚ ਹੀ ਇੱਕ ਦੂਸਰੇ ਨੂੰ ਮਾਰਨ ਲੱਗ ਪਈਆਂ। ਸਿੰਘ 100 ਸੰਪੈ ਭਾਰੀ, ਇੱਕ ਇੱਕ ਗੁਰੂ ਕੇ ਸਿੱਖ ਨੇ ਜਾਣਾ ਤੇ 100 ਨੂੰ ਜਾ ਕਰਕੇ ਸੋਧਾ ਲਾ ਦੇਣਾ। ਐਸੇ ਬਲਵਾਨ ਸੂਰਬੀਰ ਸੀ ਵੀ 1.25 ਲੱਖ ਨੇ ਕੱਲੇ ਨੇ ਜਾਣਾ ਤੇ ਜਾ ਕੇ 100 ਨੂੰ ਘੇਰਾ ਪਾ ਲੈਣਾ। ਇਸ ਬਿਧ ਥੋੜੇ ਬਹੁ ਕਰਨ ਖੁਆਰੀ, ਕਹਿੰਦੇ ਇਸ ਤਰ੍ਹਾਂ ਹੈ ਸਨ ਥੋੜੇ, ਪਰ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਦੁਸ਼ਮਣ ਨੂੰ ਖੁਆਰ ਕਰਦੇ ਸੀ, ਵੱਡੀ ਗਿਣਤੀ ਦੇ ਵਿੱਚ ਦੁਸ਼ਮਣ ਦਾ ਨੁਕਸਾਨ ਕਰਦੇ ਸੀ। ਦੋਹਰਾ ਲੁਕਿਓ ਛਪਿਓ ਕੋ ਸਿੰਘ, ਤਬ ਝਾੜਨ ਕੱਢਣ ਹੋਏ। ਹੁਣ ਖਾਲਸਾ ਜੀ ਜਿਹੜਾ ਕੋਈ ਸਿੰਘ ਬਾਹਰ ਸੀ, ਜਿਹੜਾ ਕਿਤੇ ਜੰਗਲਾਂ ਦੇ ਵਿੱਚ ਝਾੜੀਆਂ ਦੇ ਵਿੱਚ ਖੁੱਡਾਂ ਦੇ ਵਿੱਚ ਲੁਕਿਆ ਸੀ, ਤੁਰਕਨ ਉੱਪਰ ਆਪਰੇ ਹੋਣ ਸ਼ਹੀਦੈ ਸੋਏ। ਤੇ ਉਹ ਵੀ ਖਾਲਸਾ ਜੀ ਜੰਗਲਾਂ ਤੋਂ ਬਾਹਰ ਆ ਕੇ ਤੁਰਕਾਂ ਤੇ ਚੜ੍ਹਾਈ ਕਰ ਦਿੰਦੇ, ਮੁਗਲਾਂ ਤੇ ਚੜ੍ਹਾਈ ਕਰਕੇ ਸ਼ਹੀਦੀ ਜਿਹੜੀ ਕਿ ਉਹ ਪ੍ਰਾਪਤ ਕਰਦੇ ਤੇ ਸ਼ਹਾਦਤ ਦੀ ਦਾਤ ਆਪਣੀ ਝੋਲੀ ਵਿੱਚ ਲੈਂਦੇ। ਜੋ ਪਈ ਤਬ ਤੁਰਕਨ ਨੇ ਸੁਰੰਗ ਲਗਾਈ, ਉਦੋਂ ਫਿਰ ਕਹਿੰਦੇ ਜਦੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਇਸ ਤਰ੍ਹਾਂ ਨੁਕਸਾਨ ਕਰਨ ਲੱਗ ਪਏ, ਕਹਿੰਦੇ ਤੁਰਕਾਂ ਨੇ ਇੱਕ ਵਿਉਂਤ ਬਣਾਈ, ਰਣਨੀਤੀ ਬਣਾਈ ਵੀ ਰਾਮ ਰੌਣੀ ਕਿਲੇ ਦੇ ਵੱਲ ਜਾਣ ਵਾਸਤੇ ਇੱਕ ਸੁਰੰਗ ਪੁੱਟ ਲਈਏ। ਕਹਿੰਦੇ ਇਸ ਤਰ੍ਹਾਂ ਫਿਰ ਮੁਗਲ ਹਕੂਮਤ ਦੇ ਸਿਪਾਹੀ ਇੱਕ ਸੁਰੰਗ ਬਣਾਉਣ ਲੱਗ ਪਏ ਵੀ ਸੁਰੰਗ ਦੁਆਰਾ ਰਾਮ ਰੌਣੀ ਕਿਲੇ ਦੇ ਅੰਦਰ ਜਾਈਏ ਤੇ ਅੰਦਰ ਜਾ ਕੇ ਇੱਕੋ ਵਾਰ ਦੇ ਵਿੱਚ ਸਿੱਖਾਂ ਨੂੰ ਖਤਮ ਕਰ ਦਈਏ। ਸਿੰਘਨ ਡੂੰਗੀ ਕਰੀ ਅੱਗਿਓਂ ਖਾਈ, ਕਹਿੰਦੇ ਇਧਰੋਂ ਮੁਗਲ ਹਕੂਮਤ ਦੇ ਸਿਪਾਹੀ ਸੁਰੰਗਾ ਪੁੱਟਦੇ ਤੇ ਉਧਰੋਂ ਜਿਹੜੀ ਖਾਈ ਬਣਾਈ ਸੀ ਗੁਰੂ ਕੇ ਸਿੱਖਾਂ ਨੇ ਆਲੇ ਦੁਆਲੇ ਰਾਮ ਰੌਣੀ ਕਿਲੇ ਦੇ, ਕਹਿੰਦੇ ਗੁਰੂ ਕੇ ਸਿੱਖ ਉਹਨੂੰ ਹੋਰ ਵੀ ਡੂੰਘਾ ਕਰਨ ਲੱਗ ਪਏ। ਮਦ ਖਾਈ ਬਹੁ ਸਿੰਘ ਬਹਿ ਰਹੇ, ਤੇ ਕਹਿੰਦੇ ਡੂੰਗੀ ਕਰਕੇ ਨਾ ਖਾਈ ਨੂੰ ਗੁਰੂ ਕੇ ਸਿੱਖ ਉੱਥੇ ਮੋਰਚਾ ਬਣਾ ਕੇ ਬੈਠ ਗਏ। ਸੁਰੰਗ ਅੱਗੇ ਨਹੀਂ ਚੱਲਣੇ ਦਹੇ, ਤੇ ਜਦੋਂ ਖਾਲਸਾ ਜੀ ਮੁਗਲ ਹਕੂਮਤ ਦੇ ਸਿਪਾਹੀ ਸੁਰੰਗ ਪੁੱਟਦੇ ਨਜ਼ਦੀਕ ਨੂੰ ਆ ਗਏ, ਕਹਿੰਦੇ ਗੁਰੂ ਕੇ ਸਿੰਘ ਬਰਛੇ ਮਾਰ ਮਾਰ ਕੇ ਅਗਾਂਹ ਨੂੰ ਵਧਣ ਨਹੀਂ ਦਿੰਦੇ। ਲੜਕੇ ਮਰਨੋਂ ਡਰੇ ਸਿੰਘ ਨਾਹੀ, ਕਿਉਂਕਿ ਗੁਰੂ ਕੇ ਖਾਲਸੇ ਲੜ ਕੇ ਮਰਨ ਤੋਂ ਡਰਦੇ ਨਹੀਂ। ਜਿਹੜੇ ਰੋਜ਼ਾਨਾ ਹੀ ਪੜ੍ਹਦੇ ਹੋਣ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ, ਉਹ ਮੌਤ ਤੋਂ ਜਾਂ ਮਰਨ ਤੋਂ ਨਹੀਂ ਡਰਦੇ। ਖਰਚ ਗਿਓ ਮੁਕ ਗਮ ਭਿਓ ਤਾਹੀ, ਹੁਣ ਜੰਗ ਦੇ ਵਿੱਚ ਜੂਝਦੇ ਲੜਦੇ ਖਾਲਸਾ ਜੀ ਖਰਚਾ ਵੀ ਮੁੱਕ ਗਿਆ। ਭਾਵ ਅੰਦਰ ਕੋਈ ਰਾਸ਼ਨ ਨਹੀਂ, ਅੰਦਰ ਕੋਈ दारू ਸਿੱਕਾ ਨਹੀਂ, ਅੰਦਰ ਕੋਈ ਬਰੂਦ ਹਥਿਆਰ ਨਾ ਰਹਿ ਗਿਆ। ਬਹੁ ਭੀੜ ਤੈ ਤੁਰਕਨ ਪਾਈ, ਤੇ ਤੁਰਕਾਂ ਨੂੰ ਜਦੋਂ ਪਤਾ ਲੱਗਾ ਵੀ ਹੁਣ ਸਿੰਘ ਥੋੜੇ ਠੰਡੇ ਪੈ ਗਏ, ਹੱਲਾ ਘੱਟ ਹੋ ਰਿਹਾ, ਉਹਨਾਂ ਨੇ ਫਿਰ ਇੱਕੋ ਵਾਰ ਦੇ ਵਿੱਚ ਧਾਵਾ ਬੋਲਣਾ ਚਾਹਿਆ। ਸਿੰਘਨ ਬਾਤ ਮੌਤ ਲੈ ਆਈ, ਤੇ ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਕਹਿੰਦੇ ਤੁਰਕਾਂ ਨੇ ਧਾਵਾ ਨਹੀਂ ਬੋਲਿਆ। ਇਸ ਤਰ੍ਹਾਂ ਹੋਇਆ ਵੀ ਜਿਵੇਂ ਗੁਰੂ ਕੇ ਸਿੱਖਾਂ ਦੀ ਮੌਤ ਹੀ ਆ ਗਈ ਹੋਵੇ, ਭਾਵ ਸ਼ਹੀਦੀਆਂ ਦਾ ਸਮਾਂ ਆ ਗਿਆ ਹੋਵੇ। ਤਬੇ ਖਾਲਸੇ ਬਾਤ ਵਿਚਾਰੀ, ਉਦੋਂ ਫਿਰ ਗੁਰੂ ਕੇ ਸਿੰਘਾਂ ਨੇ ਜਦੋਂ ਵੇਖਿਆ ਵੀ ਮੁਗਲ ਹਕੂਮਤ ਦੀ ਫੌਜ ਵੱਡੀ ਗਿਣਤੀ ਵਿੱਚ ਆ ਰਹੀ ਹੈ, ਤੇ ਫਿਰ ਖਾਲਸੇ ਨੇ ਇੱਕ ਗੁਰਮਤਾ ਕੀਤਾ। ਨੱਠ ਗਏ ਪਤ ਜਾਏ ਹਮਾਰੀ, ਸਿੱਖ ਕਹਿਣ ਲੱਗੇ ਵੀ ਖਾਲਸਾ ਜੀ ਜੇ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ ਤੇ ਪਤ ਚਲੀ ਜਾਵੇ। ਤੇ ਗੁਰੂ ਕੀ ਬਾਣੀ ਕਹਿੰਦੀ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਜਿਉਂਦਿਆਂ ਜੀ ਪੱਗ ਲੈ ਜਾਵੇ, ਪਤ ਲੈ ਜਾਵੇ, ਤੇ ਬੰਦੇ ਦੇ ਜਿਉਣੇ ਦੇ ਉੱਤੇ ਤ੍ਰਿਗ ਘਾਰ ਹੁੰਦੀ ਹੈ ਖਾਲਸਾ ਜੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਰਪਾ ਕਰਕੇ ਨਾ ਖਾਲਸੇ ਨੂੰ ਰਣ ਛੋੜ ਨਹੀਂ ਬਣਾਇਆ, ਬਲਕਿ ਰਣ ਦੇ ਮੈਦਾਨ ਦੇ ਵਿੱਚ ਜੂਝਣ ਵਾਲਾ ਰਣ ਜੂਝ ਬਣਾਇਆ। ਰਣ ਛੱਡ ਕੇ ਭੱਜ ਜਾਣਾ ਉਹਨੂੰ ਕਹਿੰਦੇ ਨੇ ਰਣ ਛੋੜ। ਅੱਜ ਵੀ ਇੱਕ ਕ੍ਰਿਸ਼ਨ ਜੀ ਦਾ ਮੰਦਿਰ ਹੈ, ਉਹਦਾ ਨਾਮ ਹੀ ਰਣ ਛੋੜ ਹੈ, ਕਿਉਂਕਿ ਇੱਕ ਜੰਗ ਦੇ ਮੈਦਾਨ ਦੇ ਵਿੱਚ ਕ੍ਰਿਸ਼ਨ ਭਗਵਾਨ ਵੀ ਜੰਗ ਛੱਡ ਕੇ ਚਲੇ ਗਏ ਸੀ। ਤੇ ਅੱਜ ਵੀ ਸਨਾਤਨ ਮਤ ਦੇ ਪੈਰੋਕਾਰਾਂ ਵਿੱਚੋਂ ਕ੍ਰਿਸ਼ਨ ਭਗਵਾਨ ਜੀ ਦਾ ਇੱਕ ਨਾਮ ਰਣ ਛੋੜ ਵੀ ਆਇਆ ਹੈ। ਤੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਰਣ ਛੋੜ ਬਿਲਕੁਲ ਵੀ ਨਹੀਂ, ਬਲਕਿ ਰਣ ਜੂਝ ਬਣਾਇਆ ਵੀ ਰਣ ਤੱਤੇ ਦੇ ਅੰਦਰ ਜੂਝ ਕੇ ਤੂੰ ਸ਼ਹੀਦ ਹੋ ਜਾ। ਅਤ ਹੀ ਰਣ ਮੈਂ ਤਬ ਜੂਝ ਮਰੋ, ਰਣ ਦੇ ਅੰਦਰ ਜੂਝਣ ਵਾਲਾ ਬਣਾਇਆ। ਤੇ ਵੇਖੋ ਉਹ ਗੁਰੂ ਕੇ ਸਿੱਖ ਜਦੋਂ ਸਾਹਮਣੇ ਤੋਪਾਂ ਆ ਰਹੀਆਂ, ਉਦੋਂ ਗੁਰੂ ਕੇ ਸਿੱਖ ਇਹ ਕਹਿ ਰਹੇ ਵੀ ਜੇ ਭੱਜਾਂਗੇ ਛੱਡ ਕੇ ਜਾਵਾਂਗੇ ਪਤ ਲੈ ਜਾਵੇਗੀ, ਤੇ ਹੁਣ ਛੱਡ ਕੇ ਜਾਣ ਦਾ ਸਮਾਂ ਨਹੀਂ। ਲੜ ਕੇ ਮਰਨ ਬਾਤ ਹੈ ਖੂਬ, ਹੁਣ ਤੇ ਲੜ ਕੇ ਮਰ ਜਾਈਏ
ਤੇ ਸ਼ਹੀਦ ਦੀ ਪਦਵੀ ਹਾਸਲ ਕਰੀਏ, ਇਹੋ ਗੱਲ ਚੰਗੀ ਲੱਗਦੀ ਹੈ, ਬਲਕਿ ਪਿੱਠ ਵਿਖਾ ਕੇ ਭਜਣਾ ਸਿੱਖ ਦਾ ਫਰਜ਼ ਨਹੀਂ। ਜਗ ਮੈਂ ਸਾਕੋ ਹੋਰ ਅਜੂਬ। ਕਹਿੰਦੇ ਇਸ ਤਰ੍ਹਾਂ ਜਦੋਂ ਸ਼ਹੀਦੀਆਂ ਪਾਵਾਂਗੇ ਤੇ ਆਉਣ ਵਾਲੀਆਂ ਨਸਲਾਂ ਵੀ ਚੇਤੇ ਰੱਖਣਗੀਆਂ ਕਿ ਸਾਡੇ ਪੂਰਵਜ, ਸਾਡੇ ਬਜ਼ੁਰਗ ਸਾਡੀ ਖਾਤਰ ਆਪਣੇ ਤਨ ਕੁਰਬਾਨ ਕਰਕੇ ਗਏ। ਕਰਕੇ ਹੱਲਾ ਇੱਕ ਵਾਰ ਪਾਹੋ। ਤੇ ਗੁਰੂ ਕੇ ਸਿੱਖ ਕਹਿੰਦੇ ਹੁਣ ਸਮਾਂ ਹੈ ਵੀ ਇੱਕੋ ਵਾਰ ਦੇ ਵਿੱਚ ਹੱਲਾ ਬੋਲੀਏ, ਇੱਕੋ ਵਾਰ ਦੇ ਉੱਤੇ ਦੁਸ਼ਮਣ ਤੇ ਧਾਵਾ ਬੋਲੀਏ। ਤੁਰਕਨ ਕੇ ਸਿਰ ਸੀਸ ਲਗਾਹੋ। ਤੇ ਇਹਨਾਂ ਮੁਗਲਾਂ ਦੇ, ਤੁਰਕਾਂ ਦੇ ਸਿਰ ਤੇ ਜਾ ਕਰਕੇ ਆਪਣੇ ਸਰੀਰ ਰੂਪੀ ਘੜਾ ਭੰਨ ਦਈਏ। ਦੋ ਦੋ ਚਾਰ ਚਾਰ ਲੈ ਮਰੋ। ਹੁਣ ਖਾਲਸਾ ਜੀ ਸਿੱਖ ਕਹਿੰਦੇ ਵੀ ਮਰਨਾ ਤਾਂ ਹੈ, ਮਰਨ ਲਿਖਾਏ ਮੰਡਲ ਮਹਿਆਏ, ਮਰਨਾ ਸਾਰਿਆਂ ਨੇ ਹੈ, ਪਰ ਜਿਹੜਾ ਦੁਸ਼ਮਣ ਚੜ ਕੇ ਆਇਆ ਹੁਣ ਦੋ ਦੋ ਜਾਂ ਚਾਰ ਚਾਰ ਨੂੰ ਲੈ ਕੇ ਹੀ ਮਰੀਏ। ਇਹਨਾਂ ਨੂੰ ਥੋੜਾ ਥੋੜਾ ਸੋਧਾ ਲਾ ਕੇ ਜਾਈਏ, ਖਾਲੀ ਹੱਥ ਨਾ ਜਾਈਏ। ਜੇ ਜਾਣਾ ਹੀ ਹੈ ਨਾਲ ਚਾਰ ਚਾਰ ਨੂੰ ਲੈ ਕੇ ਜਾਈਏ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਵਿਚਾਰ ਕੀਤੀ। ਤੁਰਕਨ ਸਿਓ ਜੋ ਯੁੱਧੋ ਕਰੋ। ਸੋ ਇਸ ਤਰ੍ਹਾਂ ਕਹਿੰਦੇ ਵੀ ਤੁਰਕਾਂ ਨਾਲ ਜਾ ਕੇ ਹੁਣ ਯੁੱਧ ਕਰੀਏ, ਜੰਗ ਕਰੀਏ। ਦੋਹਰਾ ਕਰ ਹੱਲਾ ਤਿੰਨ ਪਰ ਪਰੇ, ਲਿਓ ਮੋਰਚੋ ਮਾਰ। ਜਦੋਂ ਇੱਕੋ ਵਾਰ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਹੱਲਾ ਕੀਤਾ, ਜਕਾਰੇ ਗਜਾ ਕਰਕੇ ਧਾਵਾ ਬੋਲਿਆ, ਖਾਲਸਾ ਜੀ ਪਹਿਲਾ ਮੋਰਚਾ ਇੱਥੇ ਫਿਰ ਗੁਰੂ ਕੇ ਸਿੱਖਾਂ ਨੇ ਫਤਿਹ ਕਰ ਲਿਆ। ਉਤੋ ਜੋ ਦੀਨਾ ਬੇਕੋ ਸੋ ਪੈ ਕੀਓ ਖੁਆਰ। ਜਿਹੜਾ ਅਦੀਨਾ ਬੇਗ, ਜਿਹਨੂੰ ਮੀਰ ਮੰਨੂ ਨੇ ਕਿਹਾ ਸੀ ਵੀ ਅੱਗੇ ਹੋ ਕੇ ਲੜੀ, ਇਹ ਅਦੀਨਾ ਬੇਗ ਸੂਬੇਦਾਰ ਸੀ। ਖਾਲਸਾ ਜੀ ਅਦੀਨਾ ਬੇਗ ਅੱਗੇ ਹੋ ਕਰਕੇ ਲੜ ਰਿਹਾ ਸੀ। ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਅਦੀਨਾ ਬੇਗ ਦੇ ਸਿਪਾਹੀਆਂ ਨੂੰ ਮਾਰ ਮੁਕਾਇਆ। ਅਦੀਨਾ ਬੇਗ ਦੀ ਖੁਆਰੀ ਹੋ ਗਈ। ਜੋ ਪਈ ਫੇਰ ਸਦੀਕੇ ਮੋਰਚਾ ਮਾਰਿਓ। ਉਸ ਤੋਂ ਬਾਅਦ ਜਿਹੜਾ ਸਦੀਕ ਅਲੀ, ਦੂਸਰਾ ਜਰਨੈਲ, ਇਹ ਸਦੀਕ ਅਲੀ ਵੀ ਬੜਾ ਹੰਕਾਰ ਵਿੱਚ ਆਇਆ ਸੀ ਵੀ ਜਾਂਦਿਆਂ ਹੀ ਸਿੱਖਾਂ ਨੂੰ ਫਤਿਹ ਕਰ ਲਿਆਂਗਾ। ਪਰ ਖਾਲਸਾ ਜੀ ਇਧਰੋਂ ਗੁਰੂ ਕੇ ਖਾਲਸੇ ਵਧੇ ਤੇ ਸਦੀਕ ਅਲੀ ਇਹਦੇ ਵੀ ਸਿਪਾਹੀ ਮਾਰ ਮੁਕਾਏ ਤੇ ਸਦੀਕ ਅਲੀ ਵਾਲਾ ਵੀ ਮੋਰਚਾ ਗੁਰੂ ਕੇ ਸਿੱਖਾਂ ਨੇ ਫਤਿਹ ਕਰ ਲਿਆ। ਵੇਸ ਸਿੰਘਨ ਕੇ ਤਿੰਨੇ ਸੰਭਾਰਿਓ। ਹੁਣ ਵੇਖੋ ਸਦੀਕ ਅਲੀ ਦੇ ਨਾਲ 5-7 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਸਿਪਾਹੀ ਸੀ ਤੇ ਕੇਵਲ 20 ਜਾਣੇ 20 ਗੁਰੂ ਕੇ ਸਿੱਖ ਸਦੀਕ ਅਲੀ ਤੇ ਚੜ੍ਹਾਈ ਕਰਕੇ ਗਏ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ 20 ਜਾਣੇ ਵੀ ਸਦੀਕ ਅਲੀ ਤੇ ਉਹਦੀਆਂ ਫੌਜਾਂ ਤੋਂ ਸਾਂਭੇ ਨਹੀਂ ਗਏ। 20 ਜਾਣਿਆਂ ਨੇ 20 ਗੁਰੂ ਕੇ ਸਿੱਖਾਂ ਨੇ ਸਦੀਕ ਅਲੀ ਨੂੰ ਜਾ ਕੇ ਮਾਰ ਮੁਕਾਇਆ, ਉਹਦਾ ਮੋਰਚਾ ਫਤਿਹ ਕਰ ਲਿਆ। ਤੇ ਵੇਖੋ ਇਹ ਜਜ਼ਬਾ, ਇੱਕ ਐਸਾ ਜਜ਼ਬਾ ਸਾਡੇ ਪੂਰਵਜਾਂ, ਸਾਡੇ ਬਜ਼ੁਰਗਾਂ 'ਚ, ਗੁਰੂ ਕੇ ਸਿੱਖਾਂ ਵਿੱਚ ਸਤਿਗੁਰੂ ਨੇ ਭਰਿਆ ਸੀ ਵੀ ਇੱਕ ਤਾਂ ਭੁੱਖਾਂ ਵੀ ਕੱਟੀਆਂ, ਕੋਲ ਹਥਿਆਰ ਵੀ ਬਹੁਤੇ ਨਹੀਂ, ਪਰ ਫਿਰ ਵੀ ਸੁਰਤ ਦੀ ਏਡੀ ਵੱਡੀ ਚੜ੍ਹਦੀ ਕਲਾ ਸੀ ਵੀ ਸਾਹਮਣੇ ਤੋਪਾਂ ਆ ਗਈਆਂ ਤੇ ਉਦੋਂ ਖਾਲਸਾ ਜੀ ਗੁਰੂ ਕੇ ਸਿੱਖ ਜਾ ਕੇ ਮੋਰਚੇ ਫਤਿਹ ਕਰਦੇ ਨੇ। ਸਿੰਘ ਮਝੈਲ ਬੜ ਜੋਧੇ ਭਾਰੇ। ਇਹ ਮਾਝੇ ਦੇ ਜਿਹੜੇ ਗੁਰੂ ਕੇ ਸਿੱਖ ਕਹਿੰਦੇ ਬੜੇ ਸੂਰਬੀਰ ਯੋਧੇ ਸਨ। ਪੀਤੀ ਪੋਲ ਉਨ ਖੰਡੇ ਦੋ ਧਾਰੇ। ਕਿਉਂਕਿ ਉਹਨਾਂ ਨੇ ਖੰਡੇ ਧਾਰ ਪੋਲ ਪੀਤੀ ਹੈ, ਉਹਨਾਂ ਨੇ ਖਾਲਸਾ ਜੀ ਖੰਡੇ ਦੀ ਪੋਲ ਲਈ ਹੋਈ ਹੈ, ਤਾਂ ਕਰਕੇ ਕਹਿੰਦੇ ਖੰਡੇ ਦੀ ਪੋਲ ਦੇ ਵਿੱਚੋਂ ਇਹ ਤਾਕਤ ਮਿਲੀ ਹੈ ਵੀ ਇਹ ਮਰ ਕੇ ਵੀ ਨਹੀਂ ਮੁੱਕਦੇ। ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਜਦੋਂ ਖਾਲਸਾ ਜੀ ਬਾਰ-ਬਾਰ ਹਮਲੇ ਕਰਨ ਤੇ ਸਿੱਖ ਮਰਦੇ ਨਹੀਂ ਸਨ ਨਾ, ਤੇ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਵੀ ਇਹ ਮਰਦੇ ਕਿਉਂ ਨਹੀਂ, ਤੇ ਉਦੋਂ ਫਿਰ ਉਹਦਾ ਵਜ਼ੀਰ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ। ਇਹਨਾਂ ਦਾ ਜਿਹੜਾ ਮੁਰਸ਼ਦ ਹੈ ਨਾ ਗੁਰੂ ਗੋਬਿੰਦ ਸਿੰਘ, ਬੜਾ ਤਾਕਤਵਰ ਹੈ, ਕਲਾਧਾਰੀ ਸਤਿਗੁਰ ਹੈ, ਤੇ ਉਹਨੇ ਇਹਨਾਂ ਨੂੰ ਕਿਰਪਾ ਕਰਕੇ ਇਨਕੋ ਆਬੇ ਹਯਾਤ ਦਿਓ ਹੈ, ਇਹਨਾਂ ਨੂੰ ਆਬੇ ਹਯਾਤ ਭਾਵ ਕਿ ਅੰਮ੍ਰਿਤ ਛਕਾ ਦਿੱਤਾ, ਜਿਸ ਅੰਮ੍ਰਿਤ ਨੂੰ ਛਕ ਕੇ ਇਹ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਰਹਿੰਦੇ ਨੇ। ਸੋ ਇਹ ਖਾਲਸਾ ਜੀ ਤਾਕਤ, ਇਹ ਸਪਿਰਿਟ, ਇਹ ਜਜ਼ਬਾ ਕੇਵਲ ਤੇ ਕੇਵਲ ਖੰਡੇ ਦੀ ਪੋਲ ਵਿੱਚੋਂ ਮਿਲਦਾ ਹੈ, ਗੱਲੀ ਬਾਤੀ ਨਹੀਂ ਮਿਲਦਾ। ਦੋਹਰਾ ਇਸ ਬਿਦ ਨਿਤ ਪ੍ਰਤ ਖਾਲਸੇ ਤਰਤ ਲੜਾਈ ਹੋਏ। ਸੋ ਇਸੇ ਵਿਧੀ ਦੇ ਨਾਲ ਕਹਿੰਦੇ ਨਿਤਾ ਪ੍ਰਤ ਗੁਰੂ ਕੇ ਖਾਲਸੇ ਦੀ ਮੁਗਲਾਂ ਦੇ ਨਾਲ ਝੜਪ ਹੋਈ। ਸਿੰਘਨ ਨਾ ਤੁਰਕਨ ਨਤੇ ਮੁਕੇ, ਇੱਕ ਮਰੇ ਵਰੇ ਆਏ ਦੋਏ। ਖਾਲਸਾ ਜੀ ਤੁਰਕ ਵੱਡੀ ਗਿਣਤੀ ਵਿੱਚ ਚੜ ਕੇ ਆਏ ਪਰ ਸਿੰਘ ਨਹੀਂ ਮਰਦੇ। ਪੁਰਾਣੇ ਸਮੇਂ ਵਿੱਚ ਨਾ ਇੱਕ ਕਹਾਵਤ ਸੀ, ਕਹਿੰਦੇ ਆ ਗੁਰੂ ਨਾਨਕ ਦਾ ਥੜਾ, ਇੱਕ ਢੱਠਾ ਤੇ ਦੂਜਾ ਖੜਾ।
ਵੀ ਇਹ ਗੁਰੂ ਨਾਨਕ ਦੇ ਘਰ ਦਾ ਐਸਾ ਥੜਾ, ਸਿੱਖਾਂ ਦਾ ਐਸਾ ਥੜਾ ਗੁਰੂ ਨਾਨਕ ਨੇ ਤਿਆਰ ਕੀਤਾ ਵੀ ਇੱਕ ਸਿੱਖ ਸ਼ਹੀਦੀ ਪਾਉਂਦਾ, ਇੱਕ ਸਿੱਖ ਦਾ ਲਹੂ ਜਦੋਂ ਧਰਤੀ ਤੇ ਡੁੱਲਦਾ ਤੇ ਉਸ ਲਹੂ ਦੇ ਵਿੱਚੋਂ ਹਜ਼ਾਰਾਂ ਹੋਰ ਪ੍ਰਗਟ ਹੋ ਜਾਂਦੇ। ਇਹ ਗੁਰੂ ਨਾਨਕ ਦਾ ਥੜਾ, ਇੱਕ ਢੱਠਾ ਤੇ ਦੂਜਾ ਫਿਰ ਖੜਾ। ਇੱਥੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਰਹਿਮਤ ਦੇ ਨਾਲ ਸਿੱਖ ਦਿਨ ਬ ਦਿਨ ਵੱਧਦੇ ਆ। ਕਿਉਂ? ਕਿਉਂਕਿ ਚਲਾਇਆ ਹੋਇਆ ਪੰਥ ਬਾਬੇ ਨਾਨਕ ਦਾ, ਅਕਾਲ ਪੁਰਖ ਵਾਹਿਗੁਰੂ ਦਾ ਹੈ। ਸਿੰਘ ਸੁਮਰ ਮੁੱਕੇ ਨਹੀਂ ਜੈਸੇ ਉਗਲ ਨੀਰ। ਕਹਿੰਦੇ ਜਿਵੇਂ ਸੋਮੇ ਦੇ ਵਿੱਚੋਂ ਪਾਣੀ ਆਉਂਦਾ ਨਾ, ਤੇ ਜਿਹੜਾ ਪਾਣੀ ਸੋਮੇ ਵਿੱਚੋਂ ਨਿਕਲਦਾ ਉਹ ਲਗਾਤਾਰ ਨਿਕਲੀ ਜਾਂਦਾ ਹੈ, ਨਿਕਲੀ ਜਾਂਦਾ ਹੈ, ਕਦੇ ਸੁੱਕਦਾ ਨਹੀਂ। ਜਿਹੜੇ ਪਹਾੜਾਂ ਦੇ ਵਿੱਚੋਂ ਦਰਿਆ ਨਿਕਲ ਰਹੇ ਨੇ, ਉਹ ਪਹਾੜਾਂ ਤੋਂ ਨਿਕਲੀ ਜਾ ਰਹੇ, ਨਿਕਲੀ ਜਾ ਰਹੇ, ਸੁੱਕ ਨਹੀਂ ਰਹੇ। ਕਹਿੰਦੇ ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਸਿੱਖਾਂ ਦਾ ਇਹ ਹੜ ਚੱਲ ਰਿਹਾ, ਖਾਲਸਾ ਜੀ ਇਹ ਰੁਕ ਨਹੀਂ ਰਿਹਾ, ਇਹ ਵਧੀ ਜਾ ਰਿਹਾ, ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਤੇ ਵੱਧਦਾ ਹੀ ਰਹੇਗਾ। ਤੇ ਕਹਿੰਦੇ ਵੀ ਜਦੋਂ ਦਰਿਆ ਜਾਂਦਾ ਹੈ ਨਾ, ਤੇ ਦਰਿਆ ਜਦੋਂ ਵਹਿੰਦਾ ਹੈ, ਦਰਿਆ ਦੇ ਵਹਾਵ ਨੂੰ ਰੋਕਣ ਵਾਸਤੇ ਰਸਤੇ ਵਿੱਚ ਪੱਥਰ ਵੀ ਬੜੇ ਆਉਂਦੇ ਨੇ, ਚਟਾਨਾਂ ਵੀ ਬੜੀਆਂ ਆਉਂਦੀਆਂ, ਪਰ ਕਹਿੰਦੇ ਦਰਿਆ ਦਾ ਪਾਣੀ ਪਰਬਤਾਂ ਨੂੰ, ਪੱਥਰਾਂ ਨੂੰ, ਚਟਾਨਾਂ ਨੂੰ ਵੇਖ ਕੇ ਰੁਕਦਾ ਨਹੀਂ, ਬਲਕਿ ਉਹਨਾਂ ਪੱਥਰਾਂ ਨੂੰ ਚੀਰਦਾ ਹੋਇਆ ਆਪਣਾ ਰਸਤਾ ਬਣਾ ਹੀ ਲੈਂਦਾ। ਕਹਿੰਦੇ ਇਸੇ ਤਰ੍ਹਾਂ ਜਿਹੜਾ ਇਹ ਦਰਿਆ ਚੱਲ ਰਿਹਾ ਖਾਲਸਾ ਪੰਥ ਦਾ, ਇਹ ਰੁਕਦਾ ਨਹੀਂ, ਇਹਦਾ ਬਹਾਵ ਇੰਨੀ ਤੇਜ਼ੀ ਨਾਲ ਵੱਧ ਰਿਹਾ ਵੀ ਜਿਹੜਾ ਵੀ ਕੋਈ ਦੁਸ਼ਮਣ ਇਸ ਬਹਾਵ ਨੂੰ, ਖਾਲਸੇ ਪੰਥ ਨੂੰ ਰੋਕਣ ਦਾ ਯਤਨ ਕਰਦਾ, ਇਹ ਉਸੇ ਦੁਸ਼ਮਣ ਨੂੰ ਚੀਰਦਾ ਹੋਇਆ ਆਪਣੀ ਆਵਾਜ਼ ਬੁਲੰਦ ਕਰ ਲੈਂਦਾ ਹੈ। ਪਰ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਖੰਡੇ ਦੀ ਪਹੁਲ ਦੇ ਨਾਲ ਹੀ ਹਾਸਲ ਹੁੰਦਾ ਹੈ। ਲੁਕੇ ਛਪੇ ਜੇ ਢਿਗ ਉਤੇ ਆਏ, ਜਿਤ ਕਿਤ ਬੜੇ ਤਤਬੀਰ। ਹੁਣ ਖਾਲਸਾ ਜੀ ਜਿਹੜੇ ਗੁਰੂ ਕੇ ਸਿੱਖ ਇੱਧਰ ਉੱਧਰ ਸਨ ਜੰਗਲਾਂ ਦੇ ਵਿੱਚ, ਉਹ ਵੀ ਕਹਿੰਦੇ ਤਿਆਰੀਆਂ ਕਰਨ ਲੱਗ ਪਏ ਵੀ ਰਾਮ ਰੌਣੀ ਦੇ ਕਿਲੇ ਵੱਲ ਜਾਈਏ। ਜਿਮ ਜਿਮ ਸੰਗ ਸੁਣੇ ਸਿੰਘ ਮਰੇ। ਜਿਵੇਂ ਜਿਵੇਂ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਦਾ ਵੀ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਕੇ ਸਿੱਖ ਸ਼ਹੀਦੀਆਂ ਪਾ ਰਹੇ ਨੇ, ਸਿਰ ਧੜ ਦੀਆਂ ਬਾਜ਼ੀਆਂ ਲਾ ਰਹੇ ਨੇ, ਸਿੰਘ ਮੌਤ ਨੂੰ ਪ੍ਰਾਪਤ ਹੋ ਰਹੇ ਨੇ, ਔਰ ਸਿੰਘ ਜਿਮ ਤਿਮ ਤਹਿ ਵਰੇ। ਤੇ ਗੁਰੂ ਕੇ ਸਿੱਖ ਹੀ ਕਹਿੰਦੇ ਵੀ ਆਪਾਂ ਵੀ ਚੱਲ ਕੇ ਆਪਣੇ ਗੁਰ ਭਾਈਆਂ ਨਾਲ ਸ਼ਹੀਦੀਆਂ ਪਾਈਏ। ਜੋ ਕੋ ਸਿੰਘ ਨਾ ਵਰਨੇ ਪਾਵੇ। ਤੇ ਜਿਹੜਾ ਕੋਈ ਗੁਰੂ ਕਾ ਸਿੱਖ ਰਾਮ ਰੌਣੀ ਦੇ ਕਿਲੇ ਵੱਲ ਵੜ ਨਹੀਂ ਸਕਦਾ, ਆ ਨਹੀਂ ਸਕਦਾ, ਦੰਤ ਪੀਸ ਚੋ ਫੇਰੇ ਧਾਵੇ। ਕਹਿੰਦੇ ਆਪਣੇ ਦੰਦ ਘਰੀਚਦਾ, ਕਹਿੰਦੇ ਕ੍ਰੋਧ ਵਿੱਚ ਵੀਰ ਰਸ ਵਿੱਚ ਆਉਂਦਾ ਤੇ ਇਹੀ ਵਿਉਂਤ ਬਣਾਉਂਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਗੁਰ ਭਾਈਆਂ ਕੋਲ ਜਾਈਏ। ਕਹੇ ਮਰੇਂਗੇ ਉਨਕੇ ਸਾਥ। ਸਿੰਘ ਕਹਿੰਦੇ ਜਾ ਕੇ ਆਪਣੇ ਗੁਰ ਭਾਈਆਂ ਨਾਲ, ਆਪਣੇ ਸਿੱਖ ਭਰਾਵਾਂ ਨਾਲ ਜਾ ਕੇ ਸਿਰ ਧੜ ਦੀ ਬਾਜੀ ਲਾਵਾਂਗੇ, ਮਰਾਂਗੇ। ਨੇ ਦਿਖਾਵੇ ਮਿਲ ਹੱਥ ਹਮ ਹਾਥ। ਉਹਨਾਂ ਨਾਲ ਮਿਲ ਕੇ ਫਿਰ ਇਹਨਾਂ ਦੁਸ਼ਮਣਾਂ ਦੇ ਨਾਲ ਦੋ ਦੋ ਹੱਥ ਕਰਾਂਗੇ। ਜੇ ਉਨਕੋ ਹਮ ਕਰੇ ਨਾ ਸਾਥ। ਤੇ ਜੇ ਐਸੇ ਗੁਰ ਭਾਈਆਂ ਦਾ, ਗੁਰ ਸਿੱਖਾਂ ਦਾ ਰਣ ਤੱਤੇ ਦੇ ਅੰਦਰ ਜਾ ਕਰਕੇ ਸਾਥ ਨਾ ਦਿੱਤਾ, ਗੁਰ ਦਰਗਾਹ ਕਿਆ ਦਿਖਾਵੇ ਮਾਥ। ਤੇ ਪ੍ਰਮਾਤਮਾ ਕੋਲ ਜਾ ਕੇ, ਕਲਗੀਆਂ ਵਾਲੇ ਦੀ ਦਰਗਾਹ ਵਿੱਚ ਜਾ ਕੇ ਕੀ ਮੂੰਹ ਵਿਖਾਵਾਂਗੇ। ਜੇ ਸਿੱਖਾਂ ਦਾ ਸਾਥ ਨਾ ਦਿੱਤਾ, ਸਿੱਖਾਂ ਨਾਲ ਜਾ ਕੇ ਸ਼ਹੀਦ ਨਹੀਂ ਹੋਏ ਤੇ ਕੀ ਮੂੰਹ ਵਿਖਾਵਾਂਗੇ। ਕਿੰਨਾ ਪਿਆਰ ਹੋਣਾ ਸਿੱਖ ਦਾ ਸਿੱਖ ਦੇ ਨਾਲ ਵੀ ਇੱਕ ਸਿੱਖ ਮਰ ਰਿਹਾ ਤੇ ਦੂਜਾ ਮਰਨ ਵਾਸਤੇ ਤਿਆਰ ਹੈ ਵੀ ਜਾ ਕੇ ਨਾਲ ਹੀ ਮਰ ਜਾਵਾਂ। ਤੇ ਖਾਲਸਾ ਜੀ ਅੱਜ ਸਾਨੂੰ ਵੀ ਚਾਹੀਦਾ, ਜਦੋਂ ਕੋਈ ਇੱਕ ਸਿੱਖ ਕਿਸੇ ਮਾੜੇ ਹਾਲਾਤਾਂ ਵਿੱਚ ਹੋਵੇ, ਜਾਂ ਕੋਈ ਸਿੱਖ ਲੋੜਵੰਦ ਹੋਵੇ, ਜਾਂ ਕਿਸੇ ਸਿੱਖ ਦੇ ਉੱਤੇ ਦੁਨਿਆਵੀ ਗਰੀਬੀ ਆ ਜਾਵੇ, ਕਿਉਂਕਿ ਸਿੱਖ ਕਦੇ ਗਰੀਬ ਨਹੀਂ ਹੁੰਦਾ। ਆਤਮਿਕ ਤੌਰ ਤੇ ਸਿੱਖ ਵਰਗਾ ਅਮੀਰ ਕੋਈ ਨਹੀਂ, ਪਰ ਸੰਸਾਰਕ ਤੌਰ ਤੇ ਮਾਇਆ ਪੱਖੋਂ ਜੇ ਕਿਸੇ ਸਿੱਖ ਤੇ ਦੁਨਿਆਵੀ ਗਰੀਬੀ ਆ ਜਾਵੇ ਨਾ, ਤੇ ਦੂਸਰੇ ਸਿੱਖ ਨੂੰ ਚਾਹੀਦਾ ਉਸ ਸਿੱਖ ਦੀ ਮਦਦ ਜ਼ਰੂਰ ਕਰੀਏ। ਸਿੱਖ ਸਿੱਖ ਦੇ ਨਾਲ ਪਿਆਰ ਕਰੇ, ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਇਸ ਤਰ੍ਹਾਂ ਇੱਕ ਦੂਸਰੇ ਦੀਆਂ ਬਾਹਾਂ ਬਣ ਕਰਕੇ ਸਿੱਖ ਸਿੱਖ ਦਾ ਭਲਾ ਲੋਚੇ। ਜਦੋਂ ਸਿੱਖ ਸਿੱਖ ਦਾ ਭਲਾ ਕਰੇਗਾ, ਸਿੱਖ ਦਾ ਸਿੱਖ ਭਲਾ ਕਰੇਗਾ, ਉਸ ਤੋਂ ਬਾਅਦ ਸਿੱਖ ਇਕੱਠੇ ਹੋ ਕੇ ਸਮਾਜ ਦਾ ਭਲਾ ਵੀ ਕਰਨਗੇ। ਪਰ ਅਸੀਂ ਬਾਹਰ ਦੇ ਭਲੇ ਪਹਿਲਾਂ ਕਰਨੇ ਚਾਹੁੰਦੇ ਹਾਂ ਤੇ ਸਿੱਖਾਂ ਦਾ ਬਾਅਦ ਵਿੱਚ। ਪਰ ਪਹਿਲਾਂ ਲੋੜਵੰਦ, ਜਿਹੜੇ ਲੋੜਵੰਦ ਗੁਰੂ ਕੇ ਸਿੱਖ ਨੇ, ਜਿਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਦੂਰ ਨੇ,
ਜਿਨ੍ਹਾਂ ਕੋਲ ਪੜ੍ਹਾਈ ਦਾ ਖਰਚਾ ਨਹੀਂ, ਉਹਨਾਂ ਦਾ ਪੜ੍ਹਾਈ ਦਾ ਖਰਚਾ ਚੁੱਕ ਕੇ ਉਹਨਾਂ ਨੂੰ ਪੜ੍ਹਾਈਏ, ਜਾਂ ਫਿਰ ਜਿਹੜੇ ਬੇਰੋਜ਼ਗਾਰ ਨੇ, ਜਿਨ੍ਹਾਂ ਕੋਲ ਰੋਜ਼ਗਾਰ ਨਹੀਂ, ਉਹਨਾਂ ਸਿੱਖਾਂ ਦੀ ਵੀ ਮਦਦ ਵੱਲ ਥੋੜਾ ਧਿਆਨ ਦਈਏ। ਤਾਂ ਹੀ ਖਾਲਸਾ ਜੀ ਆਪਾਂ ਸਿੱਖ ਦੇ ਨਾਲ ਮਿਲ ਕੇ ਫਿਰ ਸਮਾਜ ਦਾ ਭਲਾ ਕਰ ਸਕੇਗਾ। ਦੋਹਰਾ ਏਕ ਮਰੇ ਦੋਏ ਰਲੇ, ਤੁਰਕਨ ਲਖੀ ਯਹ ਰੀਤ। ਹੁਣ ਖਾਲਸਾ ਜੀ ਤੁਰ ਕੇ ਗੱਲ ਜਾਣ ਗਏ ਵੀ ਇੱਕ ਆਉਂਦਾ, ਉਸ ਤੋਂ ਬਾਅਦ ਦੂਸਰਾ ਆ ਜਾਂਦਾ, ਇੱਕ ਮਰਦਾ ਨਾਲੇ ਦੂਸਰਾ ਖੜਾ ਹੋ ਜਾਂਦਾ, ਤੇ ਮੁਗਲ ਹਕੂਮਤ ਦੇ ਸਿਪਾਹੀ ਵੀ ਕਹਿਣ ਲੱਗ ਪਏ ਵੀ ਇਹ ਕੈਸਾ ਥੜਾ ਹੈ, ਵੀ ਇਹ ਕਿਹੋ ਜਿਹਾ ਥੜਾ ਗੁਰੂ ਨਾਨਕ ਨੇ ਤਿਆਰ ਕਰ ਦਿੱਤਾ ਵੀ ਇੱਕ ਡਿੱਗਦਾ ਤੇ ਦੂਜਾ ਖੜਾ ਹੋ ਜਾਂਦਾ। ਇੱਕ ਸਿੱਖ ਨੂੰ ਮਾਰਦੇ ਇੰਨੀ ਮਿਹਨਤ ਤੋਂ ਬਾਅਦ, ਤੇ ਕਹਿੰਦੇ ਦੂਸਰਾ ਸਿੱਖ ਫਿਰ ਤਿਆਰ ਹੋ ਕੇ ਦੁਸ਼ਮਣ ਨਾਲ ਮੁਕਾਬਲਾ ਕਰਨ ਲਈ ਆ ਜਾਂਦਾ। ਬੁਰਜ ਉਸਾਰ ਖਾਈ ਪੱਟੀ, ਛੱਡਿਓ ਨ ਰਸਤੋ ਕੀਤ। ਖਾਲਸਾ ਜੀ ਤੇ ਇਧਰੋਂ ਕਹਿੰਦੇ ਫਿਰ ਤੁਰਕਾਂ ਨੇ ਬੁਰਜ ਬਣਾ ਲਏ, ਰਸਤਾ ਹੀ ਬੰਦ ਕਰ ਦਿੱਤਾ। ਚੌਪਈ ਜੋ ਲੋ ਸਿੰਘ ਵੜਤ ਤੋ ਧਾਈ। ਤੇ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਉਧਰ ਨੂੰ ਵੜਦੇ ਸੀ ਧਾਵਾ ਬੋਲ ਕੇ, ਦਾਰੂ ਸਿੱਕ ਲੈ ਪੀਵਾਈ। ਤੇ ਕਿਉਂਕਿ ਹੁਣ ਅੰਦਰ ਤਾਂ ਰਾਮ ਰੋਣੀ ਕਿਲੇ ਦੇ ਅੰਦਰ ਤਾਂ ਕੋਈ ਬਰੂਦ ਨਹੀਂ, ਹਥਿਆਰ ਨਹੀਂ, ਇਸ ਕਰਕੇ ਜਿਹੜੇ ਬਾਹਰੋਂ ਆ ਰਹੇ ਸੀ ਉਹੀ ਨਾਲ ਹਥਿਆਰ, ਦਾਰੂ, ਸਿੱਕਾ, ਬਰੂਦ ਲੈ ਕੇ ਆਉਂਦੇ ਨੇ। ਸਿੱਖ ਵੜਨ ਤੇ ਜਬ ਉਨ ਘੇਰੇ। ਤੇ ਖਾਲਸਾ ਜੀ ਹੁਣ ਜਦੋਂ ਗੁਰੂ ਕੇ ਸਿੱਖ ਅੰਦਰ ਨੂੰ ਆਉਂਦੇ ਤੇ ਅੱਗੋਂ ਮੁਗਲ ਹਕੂਮਤ ਦੇ ਸਿਪਾਹੀ ਸਿੰਘਾਂ ਨੂੰ ਘੇਰਾ ਪਾਉਂਦੇ, ਅੰਦਰ ਨਾ ਵੜਨ ਦਿੰਦੇ। ਸਿੰਘਨ ਲਖਿਓ ਮਰਨ ਆਇਓ ਨੇਰੇ। ਤੇ ਗੁਰੂ ਕੇ ਸਿੱਖ ਸਿਪਾਹੀਆਂ ਨੂੰ ਵੇਖ ਕਰਕੇ ਫਿਰ ਇਹ ਸੋਚ ਲੈਂਦੇ ਵੀ ਹੁਣ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ। ਮਾਰੋ ਮੋਰਚਾ ਜੋ ਨੇੜੇ ਆਇਆ। ਤੇ ਗੁਰੂ ਕੇ ਸਿੱਖ ਕਹਿੰਦੇ ਖਾਲਸਾ ਜੀ ਆ ਜਿਹੜਾ ਮੋਰਚਾ ਹੁਣ ਨਜ਼ਦੀਕ ਆ ਗਿਆ, ਇਸ ਨੂੰ ਫਤਿਹ ਕਰ ਲਈਏ। ਸਿੰਘਨ ਨੇ ਮਤੋ ਜੋ ਠਹਿਰਾਇਆ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਮਤਾ ਪਕਾ ਲਿਆ, ਮਾਰੋ ਮਰੀਓ ਸ਼ਹੀਦੀ ਲਿਓ, ਕਿ ਜਾਂ ਮਰੀਏ ਜਾਂ ਮਾਰੀਏ ਤੇ ਸ਼ਹੀਦ ਹੋ ਜਾਈਏ। ਦੀਨਾ ਬੇਗ ਕੋ ਟੋਲ ਮਰੇ ਹੋ। ਤੇ ਆ ਜਿਹੜਾ ਦੀਨਾ ਬੇਗ ਆ, ਪਹਿਲਾਂ ਜਾ ਕੇ ਇਹਦਾ ਸੋਧਾ ਲਾਈਏ। ਦੋਹਰਾ ਜਬੇ ਖਾਲਸੋ ਥੋ ਮਤੀ, ਤੈ ਬੜਿਓ ਸਿੰਘ ਇੱਕ ਆਏ। ਕਹਿੰਦੇ ਜਦੋਂ ਗੁਰੂ ਕਾ ਖਾਲਸਾ ਪੰਥੇ ਮਤਾ ਪਕਾ ਰਿਹਾ ਸੀ, ਕਹਿੰਦੇ ਅਚਾਨਕ ਇੱਕ ਸਿੰਘ ਆ ਕੇ ਕਹਿਣ ਲੱਗਾ, ਉਹਨੇ ਆਨ ਐਸੇ ਕਿਹੋ ਇੱਕ ਮੋਰਚੇ ਸਿੰਘਨ ਵਾਏ। ਕਹਿੰਦਾ ਖਾਲਸਾ ਜੀ ਇਹ ਤਾਂ ਸਿੰਘਾਂ ਦਾ ਮੋਰਚਾ ਹੈ ਸਾਹਮਣੇ, ਇਹ ਤਾਂ ਕੋਈ ਗੁਰੂ ਕਾ ਸਿੱਖ ਜਾਪ ਰਿਹਾ ਜਿਹੜਾ ਸਾਹਮਣੇੋਂ ਆ ਰਿਹਾ ਹੈ। ਚੌਪਈ ਸਿੰਘ ਤਰਖਾਣ ਜੱਸਾ ਸਿੰਘ ਜੋਏ। ਖਾਲਸਾ ਜੀ ਜਿਹੜਾ ਸਾਹਮਣੇ ਤੋਂ ਆ ਰਿਹਾ ਸੀ ਕੋਈ ਹੋਰ ਨਹੀਂ ਬਲਕਿ ਜੱਸਾ ਸਿੰਘ ਤਰਖਾਣ, ਗੋਤ ਤੋਂ ਤਾਲੁਕਾਤ ਰੱਖਣ ਵਾਲੇ ਸਰਦਾਰ ਜੱਸਾ ਸਿੰਘ ਆ ਰਹੇ ਸਨ। ਦੀਨੋ ਸਿੰਘਨ ਸ਼ੇਖ ਸੁਥੋਏ ਸੋਏ। ਕੋਈ ਸਮਾਂ ਸੀ ਕੁਝ ਸਮੇਂ ਪਹਿਲਾਂ, ਕਹਿੰਦੇ ਸਰਦਾਰ ਜੱਸਾ ਸਿੰਘ ਹੋਣਾ ਨੂੰ ਪੰਥ ਨੇ ਕਿਸੇ ਕਾਰਨ ਛੇਕ ਦਿੱਤਾ ਸੀਗਾ ਪੰਥ ਦੇ ਵਿੱਚੋਂ, ਤੇ ਹੁਣ ਉਹ ਆ ਰਹੇ ਸੀ ਮੋਰਚਾ ਸੰਭਾਲ ਕਰਕੇ, ਜਿਨ੍ਹਾਂ ਨੂੰ ਪਹਿਲਾਂ ਗੁਰੂ ਖਾਲਸੇ ਪੰਥ ਨੇ ਇੱਕ ਵਾਰ ਛੇਕਿਆ ਸੀ। ਸੋ ਆਏ ਦੀਨਾ ਬੇਗ ਪੈ ਰਹਾ। ਤੇ ਖਾਲਸਾ ਜੀ ਜਦੋਂ ਪੰਥ ਦੇ ਵਿੱਚੋਂ ਛੇਕ ਦਿੱਤਾ, ਇਸ ਕਰਕੇ ਵੀ ਕਹਿੰਦੇ ਲੜਕੀ ਦੇ ਮਾਰਨ ਦੇ ਅਪਰਾਧ ਤੋਂ ਛੇਕ ਦਿੱਤਾ ਗਿਆ ਸੀ, ਪਰ ਕਹਿੰਦੇ ਦੁਸ਼ਮਣ ਨੂੰ ਜਦੋਂ ਪਤਾ ਲੱਗਾ ਵੀ ਪੰਥ ਨੇ ਛੇਕਿਆ, ਤਾਂ ਉਦੋਂ ਫਿਰ ਅਦੀਨਾ ਬੇਗ ਨੇ ਸੋਚਿਆ ਵੀ ਕਿਉਂ ਨਾ ਮੈਂ ਇਹਨੂੰ ਸਿੱਖਾਂ ਨਾਲ ਲੜਾਵਾਂ। ਦੁਸ਼ਮਣ ਤਾਂ ਤਿਆਰ ਹੀ ਰਹਿੰਦਾ ਵੀ ਜਿੱਥੇ ਮਾੜੀ ਜੀ ਫੁੱਟ ਨਜ਼ਰ ਆਵੇ, ਤੇ ਜਿੱਥੇ ਫੁੱਟ ਹੋਵੇ ਉੱਥੇ ਫਿਰ ਦੁਸ਼ਮਣ ਖੁਦ ਨਹੀਂ ਲੜਦਾ, ਸਿੱਖ ਨੂੰ ਸਿੱਖ ਦੇ ਨਾਲ ਲੜਾ ਦਿੰਦਾ। ਅਦੀਨਾ ਬੇਗ ਨੇ ਸੋਚਿਆ ਵੀ ਹੁਣ ਮੈਂ ਜੱਸਾ ਸਿੰਘ ਨੂੰ ਇਹਨਾਂ ਦੇ ਭਰਾਵਾਂ ਨਾਲ ਲੜਾ ਦੇਣਾ ਹਾਂ। ਸਿੰਘ ਸੈਂਕੜੋ ਉਸ ਸੰਗ ਆਹਾ। ਤੇ ਸਰਦਾਰ ਜੱਸਾ ਸਿੰਘ ਦੇ ਨਾਲ ਸੈਂਕੜੇ ਹੀ ਗੁਰੂ ਕੇ ਸਿੱਖ ਹੁਣ ਰਾਮ ਰੋਣੀ ਵੱਲ ਆ ਗਏ। ਤੋ ਸਿੰਘ ਜੋ ਅਬ ਬਚਨ ਉਚਾਰੇ। ਤੇ ਖਾਲਸਾ ਜੀ ਉਹ ਸਿੰਘ ਨੇ ਫਿਰ ਹੁਣ ਬਚਨ ਕੀਤਾ, ਹੰਪੀ ਮਰੇ ਸੋ ਸਿੰਘਨ ਨਾਰੇ। ਸਾਰੇ ਗੁਰੂ ਕੇ ਸਿੱਖ ਸਰਦਾਰ ਜੱਸਾ ਸਿੰਘ ਦੇ ਕਹਿਣ ਲੱਗੇ, ਜਿਹੜੇ ਉਹਨਾਂ ਦੇ ਨਾਲ ਆਏ ਸੀ ਜੱਸਾ ਸਿੰਘ ਰਾਮਗੜੀਏ ਨਾਲ, ਕਿ ਅਸੀਂ ਹੁਣ ਤੇਰੇ ਨਾਲ ਆ ਤਾਂ ਗਏ, ਪਰ ਹੁਣ ਅਸੀਂ ਜਾ ਕੇ ਸਿੰਘਾਂ ਨਾਲ ਮਰਾਂਗੇ, ਸਿੰਘਾਂ ਵੱਲੋਂ ਮੋਰਚਾ ਫਤਿਹ ਕਰਾਂਗੇ। ਜੇ ਤੁਮ ਹਮਕੋ ਲੇਵੋ ਮੇਲ। ਕਿਉਂਕਿ ਸਾਨੂੰ ਹੁਣ ਉਹਨਾਂ ਸਿੰਘਾਂ ਦੇ ਨਾਲ ਜਾ ਕਰਕੇ ਹੀ ਲੜਨਾ ਚਾਹੀਦਾ, ਉਹ ਸਾਡੇ ਸਿੱਖ ਭਰਾ ਨੇ। ਆਏ ਰਲੇ ਹਮ ਤੁਮਰੀ ਗੈਲ। ਅਸੀਂ ਤਾਂ ਤੁਰਕਾਂ ਦਾ ਸਾਥ ਛੱਡ ਕੇ ਉਹਨਾਂ ਨਾਲ ਹੀ ਲੜਨ ਵਾਸਤੇ ਆਏ ਸਾਂ।
ਜੇ ਤੁਮ ਕਰੋ ਹਮੇ ਸੰਗ ਮੇਲਾ ਤੇ ਜੇ ਤੂੰ ਵੀ ਸਾਡੇ ਨਾਲ ਮਿਲਾਪ ਕਰਨਾ ਹੈ ਯਹ ਬਦਲੋ ਤੋਹਿ ਦੇਵੇ ਗੋ ਗੁਰੂ ਤਾਂ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਮਾਂ ਹੈ, ਤੂੰ ਵੀ ਬਦਲਾ ਲੈ ਲੈ। ਬਚਨ ਖਾਲਸੇ ਤੁਮ ਹੋਏ ਫਰੂ ਇਸ ਤਰ੍ਹਾਂ ਖਾਲਸਾ ਜੀ ਖਾਲਸੇ ਦਾ ਬਚਨ ਫੁਰ ਗਿਆ। ਦੋਹਰਾ ਜੱਸਾ ਸਿੰਘ ਕੋ ਨਿਤ ਕੇ ਹੋਇਆ ਬਿਆਪ ਤੁਮ ਕਰੋ ਸੰਭਾਲ ਤੇ ਸਰਦਾਰ ਜੱਸਾ ਸਿੰਘ ਨੂੰ ਨਾਲ ਦੇ ਸਿੰਘ ਕਹਿੰਦੇ ਵੀ ਹੁਣ ਤੂੰ ਆਪਣੇ ਆਪ ਮੋਰਚਾ ਸਾਂਭ, ਅਸੀਂ ਤਾਂ ਜਾ ਕੇ ਸਿੱਖਾਂ ਦੇ ਮਦਦ ਕਰਾਂਗੇ, ਆਪਣੇ ਗੁਰ ਭਾਈਆਂ ਦੀ ਮਦਦ ਕਰਕੇ ਗੁਰ ਭਾਈਆਂ ਦੇ ਨਾਲ ਲੜਾਂਗੇ ਤੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ। ਅਬ ਹਮ ਅੰਦਰ ਵੜेंगे ਮਰੇ ਜੋ ਪੰਥੇ ਨਾਲ ਤੇ ਰਾਮ ਰੌਣੀ ਦੇ ਕਿਲੇ ਅੰਦਰ ਜਾ ਕੇ ਹੁਣ ਪੰਥ ਦੇ ਨਾਲ ਹੀ ਸ਼ਹੀਦ ਹੋਵਾਂਗੇ। ਜੱਸਾ ਸਿੰਘ ਪੀ ਸਿੰਘਨ ਕਹਿਓ ਉਦੋਂ ਫਿਰ ਸਰਦਾਰ ਜੱਸਾ ਸਿੰਘ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ, ਹਮ ਕੰਬ ਖਾਲਸੋ ਟੁੱਟਣ ਚਾਹਿਓ ਕਹਿੰਦੇ ਖਾਲਸਾ ਜੀ ਮੈਂ ਵੀ ਕਿਹੜਾ ਪੰਥ ਤੋਂ ਕਦੇ ਟੁੱਟਿਆ ਹਾਂ, ਮੈਂ ਵੀ ਕਦੇ ਪੰਥ ਤੋਂ ਟੁੱਟਿਆ ਨਹੀਂ, ਪੰਥ ਤੋਂ ਕਦੇ ਦੂਰ ਨਹੀਂ ਹੋਇਆ। ਹਮ ਪੀ ਰਲेंगे ਖਾਲਸੇ ਨਾਲ ਮੈਂ ਤਾਂ ਪਹਿਲਾਂ ਵੀ ਖਾਲਸੇ ਦਾ ਸੇਵਕ ਸਾਂ ਤੇ ਹੁਣ ਵੀ ਖਾਲਸੇ ਦਾ ਸੇਵਕ ਹਾਂ ਤੇ ਹੁਣ ਵੀ ਜਾ ਕੇ ਖਾਲਸੇ ਦੇ ਨਾਲ ਹੀ ਰਲਾਂਗਾ। ਇਹ ਸੀ ਪਿਆਰ। ਵੇਖੋ ਖਾਲਸਾ ਜੀ ਕੈਸਾ ਇਤਫਾਕ ਹੋਵੇਗਾ ਸਿੱਖਾਂ ਦੇ ਵਿੱਚ ਵੀ। ਪਹਿਲਾਂ ਭਾਵੇਂ ਪੰਥ ਨੇ ਛੇਕਿਆ ਪਰ ਸਰਦਾਰ ਜੱਸਾ ਸਿੰਘ ਨੂੰ ਜਦੋਂ ਦੁਸ਼ਮਣ ਨੇ ਵਰਤਣਾ ਚਾਹਿਆ ਤੇ ਸਰਦਾਰ ਜੱਸਾ ਸਿੰਘ ਕਹਿੰਦੇ ਮੈਨੂੰ ਪਤਾ ਸੀ ਜੇ ਮੈਂ ਸਿੰਘਾਂ ਦੀ ਮਦਦ ਵਾਸਤੇ ਸਿੱਧਾ ਖੁੱਲ ਕੇ ਆਉਂਦਾ ਤੇ ਦੁਸ਼ਮਣ ਨੇ ਕਦੇ ਅੱਗੇ ਨਹੀਂ ਸੀ ਵਧਣ ਦੇਣਾ। ਹੁਣ ਇੱਕ ਕੂਟਨੀਤੀ ਰਾਜਨੀਤੀ ਦੇ ਮੁਤਾਬਕ ਇੱਕ ਨੀਤੀ ਵਰਤੀ ਕਿ ਦੁਸ਼ਮਣ ਨੂੰ ਕਿਹਾ ਤੇਰੇ ਵੱਲੋਂ ਲੜਾਂਗਾ, ਪਰ ਜਦੋਂ ਦੁਸ਼ਮਣ ਨੇ ਅੱਗੇ ਮੋਰਚਾ ਲਾਉਣ ਦਿੱਤਾ ਤੇ ਆ ਕੇ ਆਪਣੇ ਗੁਰ ਭਾਈਆਂ ਦੇ ਨਾਲ ਖੜ ਗਏ, ਖਾਲਸਾ ਪੰਥ ਦੇ ਨਾਲ ਖੜ ਗਏ। ਸਰਦਾਰ ਜੱਸਾ ਸਿੰਘ ਕਹਿੰਦੇ ਮੈਂ ਇਸ ਕਰਕੇ ਆਇਆ ਕਿ ਦੁਸ਼ਮਣ ਨੇ ਉਸ ਤਰ੍ਹਾਂ ਵਧਣ ਨਹੀਂ ਸੀ ਦੇਣਾ, ਹੁਣ ਦੁਸ਼ਮਣ ਨੇ ਖੁਦ ਅੱਗੇ ਆਉਣ ਦਿੱਤਾ, ਹੁਣ ਮੈਂ ਵੀ ਜਾ ਕੇ ਖਾਲਸੇ ਪੰਥ ਦੇ ਨਾਲ ਰਲਾਂਗਾ ਤੇ ਖਾਲਸੇ ਪੰਥ ਨਾਲ ਰਲ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਖਾਲਸੋ ਟੂਟੀ ਗੰਢਣ ਵਾਲਾ ਕਿਉਂਕਿ ਖਾਲਸਾ ਪੰਥ ਟੂਟੀਆਂ ਗੰਢਣ ਵਾਲਾ ਹੈ, ਕਿਸੇ ਤੋਂ ਭੁੱਲ ਹੋ ਜਾਵੇ ਇਹ ਖਾਲਸਾ ਪੰਥ ਤੇ ਲਿਖੇ ਬਦਾਵੇ ਪਾੜਨ ਵਾਲਾ ਹੈ। ਭਾਵੇਂ ਜੋ ਮਰਜ਼ੀ ਹੋ ਗਿਆ, ਹੁਣ ਸਮਾਂ ਆਪਸੀ ਮਤਭੇਦ ਉਲਝਾਉਣ ਦਾ ਨਹੀਂ, ਹੁਣ ਸਮਾਂ ਪੰਥ ਨੂੰ ਬਚਾਉਣ ਦਾ ਹੈ। ਇਹ ਸਾਡੇ ਸਿੱਖਾਂ ਦਾ ਪਿਆਰ ਸੀ ਖਾਲਸਾ ਜੀ। ਇਤਿਹਾਸ ਵਿੱਚ ਆਉਂਦਾ ਹੈ ਕਿ ਘੱਲੂਘਾਰੇ ਵਿੱਚ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਵੀ ਇਹ ਕਿਹਾ ਕਿ ਮਿਸਲ ਵੰਡ ਅਬ ਕਬੋ ਨਾ ਪਾਵੋ, ਰਲ ਮਿਲ ਦੋਇ ਕਰ ਪੰਥ ਬਚਾਵੋ। ਹੁਣ ਆਪਣੀਆਂ ਆਪਣੀਆਂ ਜਥੇਬੰਦੀਆਂ ਮਿਸਲਾਂ ਦੀਆਂ ਵੰਡੀਆਂ ਛੱਡੋ, ਮਿਸਲਾਂ ਜਥੇਬੰਦੀਆਂ ਬਾਅਦ ਵਿੱਚ ਵੀ ਹੋਂਦ ਵਿੱਚ ਆ ਜਾਣਗੀਆਂ। ਹੁਣ ਸਮਾਂ ਆ ਗਿਆ ਪੰਥ ਨੂੰ ਬਚਾਉਣ ਦਾ, ਪੰਥ ਖਾਤਰ ਲੜਨ ਦਾ। ਤੇ ਬਾਬਾ ਜੱਸਾ ਸਿੰਘ ਰਾਮਗੜੀਆ ਤੋਂ ਸਿੱਖਿਆ ਲਈਏ। ਅੱਜ ਮਾੜਾ ਜਾਂ ਖਾਲਸਾ ਜੀ ਕੋਈ ਕੋੜਾ ਬੋਲ ਦਵੇ, ਬੰਦਾ ਝਟਪਟ ਕਹਿ ਦਿੰਦਾ ਮੈਂ ਤੇ ਦੂਸਰੇ ਪਾਸੇ ਜਾਵਾਂਗਾ, ਮੈਂ ਤੇ ਕੱਲ ਤੋਂ ਗੁਰੂ ਘਰ ਨਹੀਂ ਆਉਣਾ। ਪਰ ਵੇਖੋ ਇੱਥੇ ਪੰਥ ਦੇ ਭੀੜ ਬਣੀ ਤੇ ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਭਾਵੇਂ ਕੋਈ ਮਤਭੇਦ ਹੋਇਆ ਪਰ ਹੁਣ ਮੈਂ ਪੰਥ ਦਾ ਤਾਬਿਆਦਾਰ ਹਾਂ ਤੇ ਪਹਿਲਾਂ ਵੀ ਪੰਥ ਨਾਲ ਸੀ ਤੇ ਹੁਣ ਵੀ ਪੰਥ ਨਾਲ ਹਾਂ ਤੇ ਅੱਗੇ ਵੀ ਪੰਥ ਦੇ ਨਾਲ ਰਹਾਂਗਾ। ਤੇ ਖਾਲਸਾ ਜੀ ਸਰਦਾਰ ਜੱਸਾ ਸਿੰਘ ਕਹਿੰਦੇ ਕਿ ਚਲੋ ਸਿੰਘੋ ਜਾ ਕੇ ਸਿੰਘਾਂ ਦੀ ਮਦਦ ਕਰੀਏ। ਜੱਸਾ ਸਿੰਘ ਨੇ ਲਿਖੀ ਅਰਦਾਸ ਤੇ ਸਰਦਾਰ ਜੱਸਾ ਸਿੰਘ ਨੇ ਫਿਰ ਖਾਲਸੇ ਪੰਥ ਨੂੰ ਇੱਕ ਚਿੱਠੀ ਅਰਦਾਸ ਬੇਨਤੀ ਲਿਖ ਕੇ ਭੇਜੀ। ਬੰਦ ਤੀਰ ਕੱਲੀ ਸਿੰਘਨ ਪਾਸ। ਸਰਦਾਰ ਜੱਸਾ ਸਿੰਘ ਤੀਰ ਅੰਦਾਜ਼ ਬਹੁਤ ਵਧੀਆ ਕਰਦੇ ਸੀ। ਖਾਲਸਾ ਜੀ ਤੀਰ ਅੰਦਾਜ਼ੀ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਸਭ ਤੋਂ ਅੱਗੇ ਸਨ। ਕਹਿੰਦੇ ਇਹਨਾਂ ਨੇ ਫਿਰ ਤੀਰ ਦੇ ਨਾਲ ਚਿੱਠੀ ਬਣ ਕੇ ਖਾਲਸੇ ਵੱਲ ਭੇਜੀ। ਅਬ ਹਮਕੋ ਤੁਮ ਲਿਓ ਮਿਲਾਏ। ਤੇ ਕਹਿੰਦੇ ਖਾਲਸਾ ਜੀ ਮੈਨੂੰ ਆਪਣੇ ਨਾਲ ਮਿਲਾ ਲਵੋ, ਮੈਂ ਤੁਹਾਡੇ ਨਾਲ ਮਿਲ ਕੇ ਜੰਗ ਕਰਨੀ ਚਾਹੁੰਨਾ। ਤੋ ਆਨ ਪਰੇ ਖਾਲਸੇ ਸ਼ਰਨਾਏ। ਤੇ ਮੈਂ ਇਸ ਕਰਕੇ ਤੁਹਾਡੀ ਸ਼ਰਨੀ ਆਇਆ, ਮੈਨੂੰ ਆਪਣੀ ਸ਼ਰਨੀ ਲੈ ਲਓ। ਸਿੰਘਨ ਲਿਖਿਓ ਅਬ ਮਿਲਨੇ ਵੇਲਾ। ਤੇ ਵੇਖੋ ਇਧਰੋਂ ਸਰਦਾਰ ਜੱਸਾ ਸਿੰਘ ਨੇ ਪਹਿਲ ਕੀਤੀ। ਭਾਵੇਂ ਕਿ ਤੀਰ ਅੰਦਾਜ਼ੀ ਬਹੁਤ ਤਗੜਾ ਸੀ, ਤਾਕਤ ਵੀ ਸੀ, ਦੁਸ਼ਮਣ ਨੇ ਵਰਤਣਾ ਵੀ ਚਾਹਿਆ, ਸਿੰਘ ਵੀ ਸੈਂਕੜੇ ਗਿਣਤੀ ਦੇ ਵਿੱਚ ਸਰਦਾਰ ਜੱਸਾ ਸਿੰਘ ਦੇ ਨਾਲ ਸੀ। ਅੱਜ ਬੰਦੇ ਨੂੰ ਥੋੜੀ ਜਿਹੀ ਪਾਵਰ ਮਿਲ ਜਾਵੇ ਤੇ ਬੰਦਾ ਕਹਿੰਦਾ ਪਹਿਲਾਂ ਨਾਲ ਦੇ ਨੂੰ ਮਿੱਟੀ ਵਿੱਚ ਮਿਲਾਵਾਂਗਾ ਫਿਰ ਕੋਈ ਕੰਮ ਕਰਾਂਗਾ। ਪਰ ਸਰਦਾਰ ਜੱਸਾ ਸਿੰਘ ਨੇ ਪਹਿਲ ਕੀਤੀ, ਮੈਂ ਪੰਥ ਦਾ ਤਾਬਿਆਦਾਰ ਹਾਂ, ਪੰਥ ਦੀ ਸ਼ਰਨੀ ਆਇਆ ਤੇ ਪੰਥ ਮੈਨੂੰ ਸ਼ਰਨ ਵਿੱਚ ਲਵੇ। ਤੇ ਅੱਗੋਂ ਖਾਲਸੇ ਪੰਥ ਨੇ ਵੀ ਕੋਈ ਮਤਭੇਦ ਨਹੀਂ ਕੀਤਾ।
ਤੇ ਪੁਰਾਣੇ ਗੱਲਾਂ ਨੂੰ ਨਹੀਂ ਦੁਹਰਾਇਆ। ਤੇ ਖਾਲਸੇ ਪੰਥ ਨੇ ਕਿਹਾ ਕਿ ਹੁਣ ਮਿਲਣ ਦਾ ਵੇਲਾ ਹੈ ਤੇ ਸਾਡੇ ਵੱਲੋਂ ਸਰਦਾਰ ਜੱਸਾ ਸਿੰਘ ਨੂੰ ਜੀ ਆਇਆਂ ਹੈ। ਇਸ ਤਰ੍ਹਾਂ ਖਾਲਸਾ ਜੀ ਗੁਰੂ ਖਾਲਸਾ ਪੰਥ ਦੇ ਸਿੱਖਾਂ ਦੇ ਵਿੱਚ ਸਿੰਘਾਂ ਦੇ ਵਿੱਚ ਇਹ ਸਭ ਤੋਂ ਵੱਡਾ ਇਤਫਾਕ ਸੀ। ਜਦੋਂ ਗੱਲ ਪੰਥ ਤੇ ਆ ਜਾਂਦੀ ਸੀ, ਜਦੋਂ ਗੱਲ ਪੰਥ ਦੀ ਹੋਂਦ ਤੇ ਆ ਜਾਂਦੀ ਸੀ ਤੇ ਸਾਰੀਆਂ ਮਿਸਲਾਂ, ਸਾਰੇ ਗੁਰੂ ਕੇ ਜਰਨੈਲ ਆਪਣੇ ਆਪਣੇ ਮਤ ਭੇਦ ਛੱਡ ਕੇ ਇੱਕ ਨਿਸ਼ਾਨ ਦੀ ਤਾਬਿਆ ਚੱਲਣ ਲਈ ਤਿਆਰ ਹੋ ਜਾਂਦੇ ਸਨ। ਇਸ ਕਰਕੇ ਜੇ ਅੱਜ ਵੀ ਚਾਹੁੰਦੇ ਆ ਪੰਥ ਦੀ ਹੋਂਦ ਨੂੰ ਹੋਰ ਵੀ ਉਜਾਗਰ ਕਰਨ ਦਾ, ਆਪੋ ਆਪਣੇ ਮਤ ਭੇਦ ਛੱਡ ਕੇ ਇੱਕ ਦੂਸਰੇ ਨੂੰ ਨਿੰਦਣ ਦੀ ਥਾਂ ਦੇ ਉੱਤੇ ਖਾਲਸਾ ਜੀ ਪੰਥ ਦੇ ਇੱਕ ਨਿਸ਼ਾਨ ਦੀ ਤਾਬਿਆ ਚੱਲ ਕੇ ਪੰਥ ਦੇ ਪਹਿਰੇਦਾਰ ਬਣੇ। ਸੋ ਇਸ ਤਰ੍ਹਾਂ ਕਹਿੰਦੇ ਪੰਥ ਨੇ ਕਿਹਾ ਕਿ ਹੁਣ ਮਿਲਣ ਦਾ ਸਮਾਂ ਹੈ। ਖਾਲਸਾ ਪੰਥ ਜੀ ਆਇਆਂ ਕਹਿੰਦਾ ਹੈ। ਟੂਟੇ ਛੂ ਫੂਟੇ ਕੋ ਹੋ ਬਗ ਮੇਲਾ। ਇਸ ਕਰਕੇ ਹੁਣ ਸ਼ਹੀਦੀਆਂ ਦਾ ਸਮਾਂ ਹੈ, ਪੰਥ ਦੀ ਹੋਂਦ ਨੂੰ ਬਚਾਉਣ ਦਾ ਸਮਾਂ ਹੈ। ਜੱਸਾ ਸਿੰਘ ਬੇਗ ਦੀਨ ਕਹਿਓ। ਜਦੋਂ ਇਸ ਤਰ੍ਹਾਂ ਜਵਾਬ ਮਿਲਿਆ, ਫਿਰ ਸਰਦਾਰ ਜੱਸਾ ਸਿੰਘ ਨੇ ਵੀ ਦੀਨਾ ਬੇਗ ਨੂੰ ਲਲਕਾਰ ਕੇ ਕਹਿ ਦਿੱਤਾ, ਅਮਰੋ ਹਿਸਾਬ ਅਬੇ ਕਰ ਦਿਓ। ਵੀ ਹੁਣ ਤੇਰਾ ਹਿਸਾਬ ਕਿਤਾਬ ਜੰਗ ਦੇ ਮੈਦਾਨ ਵਿੱਚ ਹੋਵੇਗਾ। ਹਿਸਾਬ ਕਰਾਏ 100 ਦਿਨ ਪਾਏ। ਖਾਲਸਾ ਜੀ ਇਸ ਤਰ੍ਹਾਂ 2 ਦਿਨਾਂ ਤੋਂ ਬਾਅਦ ਫੜਿਓ ਜੱਸਾ ਸਿੰਘ ਅੰਦਰ ਜਾਏ। ਤੇ ਸਰਦਾਰ ਜੱਸਾ ਸਿੰਘ ਅੰਦਰ ਪ੍ਰਵੇਸ਼ ਕਰ ਗਏ। ਜਬ ਜੱਸਾ ਸਿੰਘ ਅੰਦਰ ਵੜਾ। ਜਦੋਂ ਸਰਦਾਰ ਜੱਸਾ ਸਿੰਘ ਅੰਦਰ ਪ੍ਰਵੇਸ਼ ਹੋਏ, ਤੁਰਕਨ ਸਿੰਘ ਜਨ ਪਾਣੀ ਖੜਾ। ਤੇ ਖਾਲਸਾ ਜੀ ਤੁਰਕਾਂ ਦੇ ਸਿਰ ਦੇ ਉੱਤੇ ਕਹਿੰਦੇ ਐਸੇ ਘੜੇ ਭੰਨੇ ਗਏ। ਖਾਲਸਾ ਜੀ ਸਰਦਾਰ ਜੱਸਾ ਸਿੰਘ ਨੇ ਤੀਰਾਂ ਦਾ ਮੀਂਹ ਪਾ ਦਿੱਤਾ। ਦੋਰਾ ਸਤਿਗੁਰ ਕੁਦਰਤ ਜੋ ਭਈ ਕਰਨ ਸੁਸਿੰਗਨ ਕਾਜ। ਸੋ ਇਸ ਤਰ੍ਹਾਂ ਕਹਿੰਦੇ ਗੁਰੂ ਕੇ ਸਿੱਖ ਪੰਥ ਦੀ ਖਾਤਰ ਤਨ ਕੁਰਬਾਨ ਕਰ ਰਹੇ ਸੀ ਤੇ ਸਤਿਗੁਰੂ ਵੀ ਸਹਾਈ ਹੋ ਗਏ। ਬੜੇ ਮੁਲਤਾਨੇ ਆਏ ਸੋ ਪੁੱਤ ਖਾਨੂ ਸ਼ਾਹ ਨਵਾਬ। ਕਹਿੰਦੇ ਮੀਰ ਮਨੂ ਨੇ ਸਿੰਘਾਂ ਨੂੰ ਮਾਰਨ ਵਾਸਤੇ, ਖਤਮ ਕਰਨ ਵਾਸਤੇ ਫੌਜ ਭੇਜੀ ਸੀ ਤੇ ਪਿੱਛੋਂ ਕਹਿੰਦੇ ਮੁਲਤਾਨ ਦੇ ਵਿੱਚ ਮੀਰ ਮਨੂ ਦੇ ਇਲਾਕੇ ਵਿੱਚ ਕਹਿੰਦੇ ਖਾਨ ਬਹਾਦਰ ਦਾ ਪੁੱਤਰ ਸ਼ਾਹ ਨਵਾਜ ਆ ਗਿਆ। ਸ਼ਾਹ ਨਵਾਜ ਨੇ ਹਮਲਾ ਕਰ ਦਿੱਤਾ। ਚੌਪਈ ਤਬ ਤੁਰਕਨ ਆਪਣੀ ਪੜ ਗਈ। ਤੇ ਜਦੋਂ ਪਤਾ ਲੱਗਾ ਵੀ ਇਧਰੋਂ ਸ਼ਾਹ ਨਵਾਜ ਨੇ ਮੁਲਤਾਨ ਆ ਕੇ ਜਿੱਤ ਲਿਆ, ਮੁਲਤਾਨ ਤੇ ਹਮਲਾ ਕਰ ਦਿੱਤਾ, ਕਹਿੰਦੇ ਫਿਰ ਤੁਰਕਾਂ ਨੂੰ ਆਪਣੇ ਰਾਜ ਦੀ ਪੈ ਗਈ ਵੀ ਪਹਿਲਾਂ ਆਪਣਾ ਰਾਜ ਬਚਾਈਏ। ਮੀਰ ਮਨੂ ਲੈ ਨੇ ਫੌਜ ਸੱਦ ਲਈ। ਤੇ ਮੀਰ ਮਨੂ ਕਹਿੰਦਾ ਵੀ ਫੌਜਾਂ ਵਾਪਸ ਲੈ ਆਓ ਕਿਉਂਕਿ ਸ਼ਾਹ ਨਵਾਜ ਚੜ ਕੇ ਆ ਗਿਆ ਹੈ। ਤਬ ਕੋੜਾ ਮਲ ਬਾਤ ਬਣਾਈ। ਉਦੋਂ ਫਿਰ ਕਹਿੰਦੇ ਜਿਹੜਾ ਦੀਵਾਨ ਕੋੜਾ ਮਲ ਸੀ, ਇਹ ਵੀ ਗੁਰੂ ਨਾਨਕ ਦੇ ਘਰ ਤੇ ਭਰੋਸਾ ਰੱਖਦਾ ਸੀ। ਇਹਨੇ ਇੱਕ ਵਿਚਾਰ ਰੱਖ ਦਿੱਤੀ, ਸਿੰਘਣ ਲਈਏ ਸਾਥ ਰਲਾਈ। ਕਿ ਸ਼ਾਹ ਨਵਾਜ ਦਾ ਮੁਕਾਬਲਾ ਕਰਨਾ ਸਾਡੇ ਵੱਸ ਦੀ ਗੱਲ ਨਹੀਂ, ਆਪਾਂ ਸਿੰਘਾਂ ਦੇ ਨਾਲ ਰਲ ਕੇ ਸ਼ਾਹ ਨਵਾਜ ਤੇ ਹਮਲਾ ਕਰੀਏ, ਇਸ ਤਰ੍ਹਾਂ ਸਿੱਖਾਂ ਦੀ ਮਦਦ ਲੈ ਲਈਏ। ਦੀਨਾ ਬੇਗ ਪੀ ਸ਼ਾਹ ਦੀ ਪੂਰੀ। ਤੇ ਖਾਲਸਾ ਜੀ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਫਿਰ ਦੀਨਾ ਬੇਗ ਤੇ ਕੋੜਾ ਮਲ ਹੋਣਾ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਚੱਲ ਕੇ ਸ਼ਾਹ ਨਵਾਜ ਦਾ ਮੁਕਾਬਲਾ ਕਰੋ। ਮੀਰ ਮਨੂ ਕੇ ਗਿਣੀ ਹਜੂਰੀ। ਇਹ ਦੋਵੇਂ ਜਿਹੜੇ ਕਿ ਮੀਰ ਮਨੂ ਦੇ ਬਹੁਤ ਸਲਾਹਕਾਰ ਸਨ। ਮੀਰ ਮਨੂ ਤੇ ਲਿਓ ਕਹਾਏ। ਇਸ ਤਰ੍ਹਾਂ ਮੀਰ ਮਨੂ ਤੋਂ ਵੀ ਗੁਰੂ ਖਾਲਸਾ ਪੰਥ ਨੂੰ ਇਹ ਬਿਨੈ ਪੱਤਰ ਕਹਿਲਾ ਦਿੱਤਾ। ਕੌੜਾ ਮਲ ਸਿੰਘ ਲਏ ਚੜਾਏ। ਤੇ ਦੀਵਾਨ ਕੌੜਾ ਮਲ ਨੇ ਆਪਣੇ ਨਾਲ ਸਿੰਘਾਂ ਨੂੰ ਲੈ ਕਰਕੇ ਉਧਰ ਚੜ੍ਹਾਈ ਕਰ ਦਿੱਤੀ। ਮਾਝੋ ਪੱਟੀ ਸੰਗ ਲਏ ਰਲਾਈ। ਤੇ ਮਾਝੇ ਦੇ ਵਿੱਚ ਜੋ ਪੱਟੀ ਸ਼ਹਿਰ ਹੈ ਉੱਥੋਂ ਦੇ ਸਿੰਘਾਂ ਨੂੰ ਵੀ ਨਾਲ ਰਲਾ ਲਿਆ। ਆਦੀ ਸਿੰਘਨ ਲਿਖ ਦੁਆਈ। ਤੇ ਖਾਲਸਾ ਜੀ 12 ਮੁਲਕ ਜਗੀਰਾਂ, ਅੱਧੀ ਜਗੀਰ ਕੇ ਗੁਰੂ ਕੇ ਸਿੰਘਾਂ ਦੇ ਨਾਮ ਲਿਖ ਦਿੱਤੀ ਕਿ ਇੱਕ ਵਾਰ ਤੁਸੀਂ ਸਾਡੀ ਮਦਦ ਕਰ ਦਿਓ, ਅਸੀਂ ਤੁਹਾਡੇ ਨਾਮ ਜਗੀਰ ਲਾ ਦੇਾਂਗੇ, ਸਾਡੇ ਰਾਜ ਨੂੰ ਬਚਾਓ। ਪਰ ਵੇਖੋ ਇਹ ਹਕੂਮਤਾਂ ਕਹਿੰਦੇ ਸਿੰਘਾਂ ਦੀ ਮਦਦ ਲੈ ਕੇ ਦੁਬਾਰਾ ਫਿਰ ਸਿੰਘਾਂ ਦੇ ਖਿਲਾਫ ਹੀ ਹੋ ਜਾਂਦੀਆਂ। ਸੋ ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੰਘਾਂ ਨੂੰ 12 ਜਗੀਰਾਂ ਲਿਖ ਕੇ ਦੇ ਦਿੱਤੀਆਂ। 12 ਪਿੰਡ ਜੋ ਗੁਰ ਚਕਵਾਏ। ਜਿਹੜੇ ਅੰਮ੍ਰਿਤਸਰ ਦੇ ਨਾਲ 12 ਪਿੰਡ ਸਨ ਉਹ ਲਿਖ ਕੇ ਦੇ ਦਿੱਤੇ ਰਾਮ ਰੌਣੀ ਦੇ ਨਾਮ। ਲਖਾਏ ਦੀਏ ਰਾਮ ਰੌਣੀ ਨਾਲੇ। ਰਾਮ ਰੌਣੀ ਦੇ ਨਾਮ ਦੇ ਉੱਤੇ ਇਹ 12 ਪਿੰਡ ਲਿਖ ਕੇ ਦੇ ਦਿੱਤੇ। ਦੋਹਰਾ ਰਾਮ ਰੌਣੀ ਰਾਮਗੜ ਭਿਓ। ਉਸ ਦਿਨ ਤੇ ਮਸ਼ਹੂਰ। ਬਸ ਖਾਲਸਾ ਜੀ ਉਸ ਦਿਨ ਤੋਂ ਰਾਮ ਰੌਣੀ ਦਾ ਨਾਮ ਮਸ਼ਹੂਰ ਹੋ ਗਿਆ ਸਾਰੇ ਜਗਤ ਦੇ ਵਿੱਚ।
ਠੇਕੇ ਰਾਮ ਗੜੀਏ ਭਏ ਬੜੇ ਸੋ ਵਕਤ ਜ਼ਰੂਰ। ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਹੋਣਾ ਨੂੰ ਇੱਥੋਂ ਦਾ ਮੁਖੀ ਨਿਯੁਕਤ ਕਰ ਦਿੱਤਾ, ਜਿਹੜੇ ਸਮੇਂ ਦੀ ਸੰਭਾਲ ਕਰਕੇ ਸਮੇਂ ਸਿਰ ਅੰਦਰ ਪ੍ਰਵੇਸ਼ ਕਰ ਗਏ ਸਨ। ਰਤਨ ਸਿੰਘ ਨੇ ਜੋ ਸੁਣੀ ਬਿਰਦਨ ਲੋਕਨ ਪਾਸ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਜੋ ਮੈਂ ਬਜ਼ੁਰਗਾਂ ਤੋਂ ਵੱਡੇ ਵਡੇਰਿਆਂ ਤੋਂ ਸੁਣਿਆ ਉਹ ਲਿਖਾ ਦਿੱਤਾ ਹੈ। ਆਗੇ ਸੋ ਸੁਨਾਏ ਹੈ ਖਾਨੂ ਕੋ ਸੁਤਨਾਸ। ਤੇ ਹੁਣ ਅੱਗੇ ਕਿਸ ਤਰ੍ਹਾਂ ਖਾਨੂ ਦੇ ਪੁੱਤਰ ਸ਼ਾਹ ਨਵਾਜ਼, ਜਿਨ੍ਹਾਂ ਪਹਿਲਾਂ ਸਿੰਘਾਂ ਤੇ ਹਮਲੇ ਕੀਤੇ, ਸਿੰਘਾਂ ਨੂੰ ਸ਼ਹੀਦ ਕੀਤਾ, ਹੁਣ ਕਹਿੰਦੇ ਕਿਸ ਤਰ੍ਹਾਂ ਸ਼ਾਹ ਨਵਾਜ਼ ਦੀ ਮੌਤ ਹੋਣੀ ਹੈ, ਉਹ ਆਪਾਂ ਅੱਗੇ ਸਰਵਣ ਕਰਾਂਗੇ। ਇਮਰਾਮ ਰੋਣੀ ਸਿੰਘ ਲੜੇ 5 ਪਰ 1800 ਸਾਲ। ਸੋ ਇਸ ਤਰ੍ਹਾਂ ਕਹਿੰਦੇ 1805 ਦੇ ਵਿੱਚ ਖਾਲਸਾ ਜੀ ਰਾਮ ਰੋਣੀ ਕਿਲੇ ਦੇ ਅੰਦਰ ਗੁਰੂ ਕੇ ਸਿੰਘਾਂ ਨੇ ਤੁਰਕਾਂ ਦਾ ਮੁਕਾਬਲਾ ਕੀਤਾ। ਸ਼ਾਹ ਨਵਾਜ਼ ਜਿਵੇਂ ਆਮੂਆ ਸੋ ਆਗੇ ਸੁਣੋ ਹਵਾਲ। ਹੁਣ ਕਿਸ ਤਰ੍ਹਾਂ ਸ਼ਾਹ ਨਵਾਜ਼ ਦੀ ਮੌਤ ਹੋਈ ਹੈ, ਉਹ ਭਾਈ ਰਤਨ ਸਿੰਘ ਭੰਗੂ ਕਹਿੰਦੇ ਅੱਗੇ ਸੁਣਨਾ ਕਰੋ। ਦੋਹਰਾ ਕਿਸ਼ਕ ਸਿੰਘ ਸਾਥੀ ਹੋਏ ਸਿੱਖ ਕੌੜਾ ਮਲ ਜਾਣ। ਸੋ ਜਿਹੜਾ ਇਹ ਕੌੜਾ ਮਲ ਸੀ, ਇਹਨੇ ਖਾਲਸਾ ਜੀ ਗੁਰੂ ਕੇ ਘਰ ਤੇ ਪਹਿਲਾਂ ਵੀ ਇਹ ਕਾਫੀ ਭਰੋਸਾ ਰੱਖਦਾ ਸੀ। ਇਸ ਨੇ ਕੌੜਾ ਮਲ ਨੇ ਸਿੰਘਾਂ ਨੂੰ ਆਪਣੇ ਨਾਲ ਰਲਾ ਲਿਆ। ਚੜਿਓ ਸ਼ਾਹ ਨਿਵਾਜ ਪਰ ਸਿੰਘਨ ਕੋ ਰਖ ਤਾਣ। ਤੇ ਸਿੰਘਾਂ ਦੇ ਤਾਣ ਦੇ ਉੱਤੇ, ਸਿੰਘਾਂ ਦੀ ਤਾਕਤ ਦੇ ਉੱਤੇ ਭਰੋਸਾ ਰੱਖ ਕੇ ਸ਼ਾਹ ਨਵਾਜ਼ ਤੇ ਹਮਲਾ ਕੀਤਾ, ਕਿਉਂਕਿ ਪਤਾ ਸੀ ਕਿ ਉਸ ਤਰ੍ਹਾਂ ਸ਼ਾਹ ਨਵਾਜ਼ ਜਿੱਤਿਆ ਨਹੀਂ ਜਾ ਸਕਦਾ। ਪਰ ਜਦੋਂ ਗੁਰੂ ਕਾ ਖਾਲਸਾ ਰਣ ਤੱਤੇ ਦੇ ਅੰਦਰ ਖੜਦਾ, ਉਦੋਂ ਫਿਰ ਵੱਡੇ ਵੱਡੇ ਵੈਰੀ ਵੀ ਭੱਜਦੇ ਨਜ਼ਰ ਆਉਂਦੇ। ਸੋ ਇਸੇ ਤਰ੍ਹਾਂ ਸਮੇਂ ਸਿਰ ਗੁਰੂ ਕੀ ਸਿੰਘਾਂ ਦੀ ਮਦਦ ਲੈਣ ਵਾਸਤੇ ਹੁਕਮਰਾਨ ਆਉਂਦੇ ਰਹੇ। ਜਿਵੇਂ ਬਹਾਦਰ ਸ਼ਾਹ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਤਖਤ ਦੀ ਮੰਗ ਕੀਤੀ, ਰਾਜ ਗੱਦੀ ਤੇ ਬੈਠਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਦਦ ਲਈ। ਸੋ ਇਸੇ ਤਰ੍ਹਾਂ ਹੁਣ ਇਹਨੇ ਵੀ ਮਦਦ ਲਈ ਵੀ ਸ਼ਾਹ ਨਵਾਜ਼ ਨੂੰ ਜਿੱਤ ਸਕੀਏ। ਚੋਪਈ ਜਹਾਂ ਖਾਲਸੋ ਦੀਵਾਨ ਸਜਾਵੇ। ਸੋ ਜਿੱਥੇ ਕਹਿੰਦੇ ਗੁਰੂ ਕਾ ਖਾਲਸਾ ਪੰਥ ਦੀਵਾਨ ਸਜਾਉਂਦਾ ਸੀ, ਕੌੜਾ ਮਲ ਨਿਤ ਪ੍ਰਤ ਹੈ ਆਵੇ। ਕਹਿੰਦੇ ਕੌੜਾ ਮਲ ਕਹਿੰਦੇ ਨਿਤਾ ਪ੍ਰਤ, ਹਰ ਰੋਜ਼ ਕਹਿੰਦੇ ਜਿੱਥੇ ਖਾਲਸੇ ਨੇ ਦੀਵਾਨ ਲਾਉਣਾ ਉੱਥੇ ਜ਼ਰੂਰ ਜਾਂਦਾ ਸੀ। ਨਿਤ ਰੋਜ਼ ਦੇ ਖਾਲਸੇ ਪਾਸ। ਤੇ ਰੋਜ਼ਾਨਾ ਖਾਲਸੇ ਕੋਲ ਜਾ ਕਰਕੇ ਦੀਵਾਨ ਵਿੱਚ ਹਾਜ਼ਰੀ ਭਰਦਾ ਸੀ। ਲੈ ਆ ਗਿਆ ਪਸ ਸਿੰਘਨ ਬਹੇ। ਤੇ ਗੁਰੂ ਕੇ ਸਿੰਘਾਂ ਤੋਂ ਆਗਿਆ ਲੈ ਕਰਕੇ ਗੁਰੂ ਕੇ ਸਿੱਖਾਂ ਦੇ ਕੋਲ ਬੈਠਦਾ ਸੀ। ਫਤਿਹ ਵਾਹਿਗੁਰੂ ਮੁਖ ਤੇ ਕਹੇ। ਤੇ ਆਪਣੇ ਮੁਖ ਦੇ ਵਿੱਚੋਂ ਸਿੰਘਾਂ ਨੂੰ ਵੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਪਾਉਂਦਾ ਸੀ। ਨਿਤ ਪ੍ਰਤ ਕੜਾਹਾ ਲੈ ਸਿੰਘਨ ਮਿਲੇ। ਤੇ ਕਹਿੰਦੇ ਹਰ ਰੋਜ਼ ਗੁਰੂ ਘਰ ਆ ਕੇ ਕੜਾਹ ਪ੍ਰਸ਼ਾਦ ਵੀ ਭੇਟਾਂ ਵਜੋਂ ਜ਼ਰੂਰ ਕਰਾਉਂਦਾ ਸੀ। ਨਿਹੰਗਨ ਰੁਪਏ 500 ਭਿਲੇ। ਤੇ ਜੋ ਫਰਲਿਆਂ ਵਾਲੇ ਗੁਰੂ ਕੇ ਮਹਾਕਾਲ ਨਿਹੰਗ ਸਿੰਘ ਹੁੰਦੇ ਸੀ, ਉਹਨਾਂ ਨੂੰ 5 ਰੁਪਏ ਭੇਟਾਂ ਵਜੋਂ ਜ਼ਰੂਰ ਮੱਥਾ ਟੇਕਦਾ ਸੀ, ਕਿਉਂਕਿ ਖਾਲਸਾ ਜੀ ਪੁਰਾਤਨ ਸਮੇਂ ਵਿੱਚ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਬੁੱਢਾ ਦਲ ਕੋਲ ਸੀ। ਇਸ ਕਰਕੇ ਇਹ ਜਦੋਂ ਦੀ ਗੱਲ ਹੈ, ਉਦੋਂ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਉਹ ਬੁੱਢਾ ਦਲ ਦੇ ਚੌਥੇ ਮੁਖੀ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਵਜੋਂ ਸੇਵਾ ਨਿਭਾਉਂਦੇ ਰਹੇ। ਉਹ ਉਸ ਸਮੇਂ ਖਾਲਸਾ ਪੰਥ ਦੇ ਜਥੇਦਾਰ ਹੋ ਕਰਕੇ ਵਿਚਰ ਰਹੇ ਸਨ। ਉਸ ਸਮੇਂ ਦੀ ਗੱਲ ਭਾਈ ਰਤਨ ਸਿੰਘ ਭੰਗੂ ਦੱਸ ਰਹੇ ਨੇ, ਕਿਉਂਕਿ ਨਿਹੰਗ ਸਿੰਘਾਂ ਕੋਲ ਅਕਾਲ ਤਖਤ ਦਾ ਪ੍ਰਬੰਧ ਸੀ। ਇਸ ਕਰਕੇ ਜਿਹੜਾ ਉੱਥੇ ਫਰਲੇ ਵਾਲਾ ਗੁਰੂ ਕਾ ਨਿਹੰਗ ਸਿੰਘ ਗੁਰੂ ਘਰ ਦੇ ਵਿੱਚ ਅਕਾਲ ਤਖਤ ਸਾਹਿਬ ਵਿਖੇ ਵਿਚਰਦਾ ਸੀ, ਕੌੜਾ ਮਲ ਨੇ ਹਰ ਇੱਕ ਨਿਹੰਗ ਸਿੰਘ ਨੂੰ ਵੇਖ ਕੇ 5 ਰੁਪਏ ਸਤਿਕਾਰ ਭੇਟਾ ਵਜੋਂ ਜ਼ਰੂਰ ਨਮਸਕਾਰ ਕਰਨੀ, ਕਿਉਂਕਿ ਫਰਲੇ ਵਾਲੇ ਗੁਰੂ ਕੇ ਸਿੰਘਾਂ ਨੂੰ ਮਹਾਕਾਲ ਦਾ ਰੂਪ ਕਿਹਾ ਜਾਂਦਾ ਹੈ। ਜਿਹੜੇ ਦਮਾਲਿਆਂ ਤੇ ਫਰਲੇ ਚਲਾਉਂਦੇ ਨੇ, ਉਹਨਾਂ ਨੂੰ ਨਿਸ਼ਾਨ ਸਾਹਿਬ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੇ ਅੱਜ ਵੀ ਬੁੱਢਾ ਦਲ ਦੇ ਕੋਲ ਤਾਂਬੇ ਦੇ ਪਟੇ ਮੌਜੂਦ ਮਿਲਦੇ ਨੇ, ਜਿਨ੍ਹਾਂ ਦੇ ਵਿੱਚ ਖਾਲਸਾ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਤਾਂਬੇ ਦੇ ਪਟਿਆਂ ਤੇ ਲਿਖਿਆ ਮਿਲਦਾ ਹੈ ਵੀ ਜਦੋਂ ਗੁਰੂ ਕੇ ਨਿਹੰਗ ਸਿੰਘ ਫਰਲਿਆਂ ਵਾਲੇ ਮਹਾਕਾਲ ਸਿੰਘ ਅਕਾਲ ਤਖਤ ਸਾਹਿਬ ਵਿਖੇ ਨਮਸਕਾਰ ਕਰਨ ਆਉਣ ਤੇ ਇਹਨਾਂ ਦਾ ਖਾਸ ਤੌਰ ਤੇ ਸਤਿਕਾਰ ਕੀਤਾ ਜਾਵੇ ਤੇ ਭੇਟਾ ਦਿੱਤੀ ਜਾਵੇ, ਜਿਸ ਮਰਿਆਦਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਰੱਖਿਆ, ਜੋ ਦਲਾਂ ਪੰਥਾਂ ਨੂੰ ਅੱਜ ਵੀ ਸਤਿਕਾਰਤ ਭੇਟਾ ਦਿੰਦੇ ਆ। ਤੇ ਖਾਲਸਾ ਜੀ ਜੋ ਫਰਲੇ ਵਾਲੇ ਗੁਰੂ ਕੇ ਨਿਹੰਗ ਸਿੰਘ ਹੁੰਦੇ, ਜਿਹੜੇ ਕੜਾਹ ਪ੍ਰਸ਼ਾਦ ਵਰਤਾਉਂਦੇ, ਉਹਨਾਂ ਨੂੰ 2 ਵਾਰ ਕੜਾਹ ਪ੍ਰਸ਼ਾਦ ਦਾ ਗੱਫਾ ਦਿੱਤਾ ਜਾਂਦਾ ਹੈ। ਇਹ ਪੰਥ ਵੱਲੋਂ ਮਰਿਆਦਾ ਨਿਯਤ ਕੀਤੀ ਗਈ ਸੀ।
5 ਰੁਪਏ ਤਨਖਾਹ ਲਗਾਵੇ। ਸੋ ਇਸ ਤਰ੍ਹਾਂ ਕਹਿੰਦੇ 5 ਰੁਪਏ ਭੇਟਾਂ ਵਜੋਂ ਇਹ ਜ਼ਰੂਰ ਰੱਖਦਾ ਸੀ। ਤੋ ਕੋ ਪੀਣੋ ਮਾਫ ਤੇ ਕਰਾਵੇ। ਖਾਲਸਾ ਜੀ ਪਹਿਲਾਂ ਇਹ ਹੁੱਕਾ ਪੀਂਦਾ ਸੀ ਨੇ ਗੁਰੂ ਖਾਲਸਾ ਪੰਥ ਅੱਗੇ ਝੁੱਕ ਕੇ ਇਹਦੀ ਵੀ ਭੁੱਲ ਬਖਸ਼ਵਾਈ। ਕਹੇ ਸਿੰਘਨ ਹਮ ਗੁਰੂ ਜੀ ਆਸ। ਤੇ ਆ ਕੇ ਕਹਿੰਦਾ ਹੁਣ ਮੈਨੂੰ ਕੇਵਲ ਤੇ ਕੇਵਲ ਗੁਰੂ ਘਰ ਦੀ ਆਸ ਹੈ, ਗੁਰੂ ਕੇ ਸਿੰਘਾਂ ਦੀ ਆਸ ਹੈ ਜਿਹੜੇ ਸਾਡੀ ਹੋਂਦ ਨੂੰ ਬਚਾ ਸਕਦੇ ਨੇ। ਸ਼ਾਹ ਨਵਾਜ ਫੜ ਲਿਆਇਓ ਖਾਸ। ਕਿ ਸ਼ਾਹ ਨਵਾਜ ਨੂੰ ਫੜ ਕੇ ਉਹਦਾ ਖਾਤਮਾ ਕਰੀਏ ਜਿਨੇ ਸਿੱਖਾਂ ਦੇ ਉੱਤੇ ਵੀ ਬਹੁਤ ਤਸ਼ੱਦਦ ਕੀਤੇ ਨੇ। ਤਬ ਖਾਲਸੇ ਬਚਨ ਪਲਟਾਇਆ। ਉਸ ਵਕਤ ਫਿਰ ਗੁਰੂ ਕੇ ਖਾਲਸਿਆਂ ਨੇ ਬਚਨ ਪਲਟਾਇਆ। ਹਮ ਚਾਹਤ ਉਸ ਮਾਰ ਗਵਾਇਆ। ਕਿਉਂਕਿ ਕੋੜਾ ਮਲ ਕਹਿੰਦਾ ਸੀ ਮੈਂ ਸ਼ਾਹ ਨਵਾਜ ਨੂੰ ਜਿਉਂਦਾ ਫੜ ਕੇ ਲਿਆਵਾਂਗਾ, ਤੇ ਗੁਰੂ ਕੇ ਖਾਲਸਿਆਂ ਨੇ ਬਚਨ ਪਲਟਾ ਕੇ ਆਖਿਆ ਵੀ ਜਿਉਂਦਾ ਨਹੀਂ, ਸ਼ਾਹ ਨਵਾਜ ਜਿੱਥੇ ਵੀ ਸਾਨੂੰ ਵੇਖ ਗਿਆ ਉੱਥੇ ਹੀ ਉਹਦਾ ਖਾਤਮਾ ਕਰ ਦੇਣਾ। ਗੁਰੂ ਕੇ ਖਾਲਸੇ ਨੇ ਉਹਨਾਂ ਸ਼ਹੀਦਾਂ ਦਾ ਉਹਦੇ ਤੋਂ ਹਿਸਾਬ ਕਿਤਾਬ ਲੈਣਾ ਜਿਨੇ ਬਿਲਕੁਲ ਬੇਗੁਨਾਹ ਬੱਚੇ ਵੀ ਖਾਲਸਾ ਜੀ ਨੇਜਿਆਂ ਦੇ ਉੱਤੇ ਟੰਗ ਟੰਗ ਕੇ ਮਾਰ ਦਿੱਤੇ ਸਨ, ਉਹਨਾਂ ਦੀਆਂ ਆਂਦਰਾਂ ਦੇ ਹਾਰ ਬਣਾ ਦਿੱਤੇ ਸੀ। ਗੁਰੂ ਕੇ ਸਿੱਖ ਕਹਿੰਦੇ ਉਹਨੂੰ ਜਿਉਂਦਾ ਨਹੀਂ, ਉਹਨੂੰ ਉੱਥੇ ਹੀ ਮਾਰ ਮੁਕਾਉਣਾ ਹੈ। ਉਸ ਮਰਵਾਏ ਸਿੰਘ ਅਸੇਖ। ਸੋ ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੱਖ ਕਹਿੰਦੇ ਵੀ ਉੱਥੇ ਹੀ ਗੁਰੂ ਕੇ ਸਿੰਘ ਉਹਦਾ ਖਾਤਮਾ ਕਰਨਗੇ। ਹਮ ਕੰਬ ਛੋੜੇ ਉਸ ਕੋ ਦੇਖ। ਅਸੀਂ ਉਹਨੂੰ ਛੱਡ ਕੇ ਕਿਵੇਂ ਵੇਖ ਸਕਦੇ ਹਾਂ ਜਿਸ ਨੇ ਇੰਨੇ ਜ਼ੁਲਮ ਕੀਤੇ ਹੋਣ, ਜਿਨੇ ਇੰਨੇ ਗੁਰੂ ਕੇ ਸਿੱਖਾਂ ਨੂੰ ਤਸੀਹੇ ਦਿੱਤੇ ਹੋਣ, ਉਹਨੂੰ ਬਿਲਕੁਲ ਵੀ ਜਿਉਂਦਾ ਨਹੀਂ ਵੇਖ ਸਕਦੇ। ਦੋਹਰਾ ਔਰ ਤੁਰਕਾਣੀ ਫੌਜ ਸਾਥ ਖਾਨੂ ਸਕੋ ਭਰਾਏ। ਸੋ ਖਾਲਸਾ ਜੀ ਇਸੇ ਤਰ੍ਹਾਂ ਤੁਰਕਾਨੀ ਫੌਜ ਭਾਵ ਸ਼ਾਹ ਨਵਾਜ ਦੇ ਕੋਲ ਫੌਜ ਵੀ ਬੜੀ ਹੈ ਤੇ ਨਾਲ ਹੀ ਜਿਹੜਾ ਖਾਨ ਬਹਾਦਰ ਦਾ ਸਕਾ ਭਰਾ ਉਹ ਵੀ ਉਹਦੇ ਨਾਲ ਹੈ। ਆਗੇ ਫੜੇ ਸੋ ਥੋ ਕਰਿਓ ਸ਼ਾਹ ਨਵਾਜੇ ਵਾਏ। ਸੋ ਖਾਲਸਾ ਜੀ ਮੀਰ ਮੰਨੂ ਨੇ ਹੁਣ ਇਹ ਸਾਰੀ ਵਿਉਂਤ ਬਣਾ ਲਈ ਵੀ ਸਿੰਘਾਂ ਦੀ ਮਦਦ ਦੇ ਨਾਲ ਸ਼ਾਹ ਨਵਾਜ ਨੂੰ ਪਕੜ ਲਈਏ। ਚੌਪਈ ਸ਼ਾਹ ਨਵਾਜ ਜਬ ਸੂਬੋ ਥੋ ਹੋਇਓ। ਜਦੋਂ ਸ਼ਾਹ ਨਵਾਜ ਲਾਹੌਰ ਦਾ ਸੂਬੇਦਾਰ ਬਣਿਆ ਸੀ, ਲੁੱਟੇ ਕੁੱਟੇ ਤੇ ਸਭ ਉਹਨ ਕੋਹਿਓ। ਉਸਨੇ ਖਾਲਸਾ ਜੀ ਬਹੁਤ ਲੁੱਟਿਆ ਸੀ, ਬਹੁਤ ਆਮ ਜਨਤਾ ਨੂੰ ਆਪਣੀ ਜ਼ੁਲਮ ਦੀ ਚੱਕੀ ਦੇ ਵਿੱਚ ਪੀਆ ਸੀ। ਉਹਨੇ ਬਹੁਤ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਸਨ। ਸੋ ਮੀਰ ਮੰਨੂ ਦੇ ਦੀਏ ਚੜਾਏ। ਹੁਣ ਉਹ ਸਾਰੇ ਹੀ ਲੋਕ ਜਿਨ੍ਹਾਂ ਨੂੰ ਸ਼ਾਹ ਨਵਾਜ ਨੇ ਲੁੱਟਿਆ ਕੁੱਟਿਆ, ਸ਼ਾਹ ਨਵਾਜ ਨੇ ਜ਼ੁਲਮ ਕੀਤੇ, ਮੀਰ ਮੰਨੂ ਨੇ ਚਲਾਕੀ ਦੇ ਨਾਲ ਉਹ ਸਾਰੇ ਲੋਕ ਹੀ ਸ਼ਾਹ ਨਵਾਜ ਤੇ ਚੜਾ ਦਿੱਤੇ, ਲੋਕਾਂ ਨੂੰ ਭੜਕਾ ਦਿੱਤਾ ਤੇ ਲੋਕ ਸ਼ਾਹ ਨਵਾਜ ਤੇ ਚੜਾਈ ਕਰ ਗਏ। ਕੋੜਾ ਮਲ ਕੇ ਸਾਥ ਮਿਲਾਏ। ਤੇ ਉਹਨਾਂ ਦੀ ਮੌਤਬਾਰੀ ਕੋੜਾ ਮਲ ਨੂੰ ਦੇ ਦਿੱਤੀ ਤੇ ਕੋੜਾ ਮਲ ਅੱਗੇ ਹੋ ਕਰਕੇ ਸ਼ਾਹ ਨਵਾਜ ਦਾ ਮੁਕਾਬਲਾ ਕਰਦਾ ਹੈ। ਦੋਹਰਾ ਜੰਗ ਪਰਿਓ ਦੋ ਤਰਫ ਦੋ ਫਤਿਹ ਤਕਾਏ। ਹੁਣ ਖਾਲਸਾ ਜੀ ਮੁਲਤਾਨ ਜਾ ਪਹੁੰਚੇ। ਕੋੜਾ ਮਲ ਗੁਰੂ ਕੇ ਸਿੰਘਾਂ ਨੂੰ ਨਾਲ ਲੈ ਕੇ ਜਦੋਂ ਮੁਲਤਾਨ ਪਹੁੰਚਿਆ, ਦੋਵੇਂ ਤਰਫਾਂ ਤੋਂ ਜੰਗ ਛਿੜ ਗਈ ਤੇ ਹੁਣ ਦੋਵੇਂ ਹੀ ਫੌਜਾਂ ਚਾਹੁੰਦੀਆਂ ਵੀ ਸਾਡੀ ਫਤਿਹ ਹੋਵੇ। ਸ਼ਾਹ ਨਵਾਜ ਕੌੜਾ ਮਲ ਭਏ ਦੋਨੋਂ ਸਨਮੁਖ ਆਏ। ਹੁਣ ਉਧਰੋਂ ਮੁਲਤਾਨ ਦੇ ਕਿਲੇ ਦੇ ਵਿੱਚ ਸ਼ਾਹ ਨਵਾਜ ਇੱਕ ਪਾਸੇ ਤੇ ਇੱਕ ਪਾਸੇ ਕੋੜਾ ਮਲ ਰਣ ਤੱਤੇ ਦੇ ਅੰਦਰ ਜੰਗ ਦੇ ਮੈਦਾਨ ਵਿੱਚ ਇੱਕ ਦੂਸਰੇ ਨੂੰ ਲਲਕਾਰਦੇ ਨੇ। ਚੌਪਈ ਤੁਰਕ ਰਲ ਮਿਲ ਟਲ ਗਏ। ਹੁਣ ਵੇਖੋ ਖਾਲਸਾ ਜੀ ਜਿਹੜੇ ਮਾਰਨ ਆਏ ਸੀ ਸਿੱਖਾਂ ਨੂੰ, ਰਾਮ ਰੌਣੀ ਦੇ ਕਿਲੇ ਦੇ ਅੰਦਰ ਖਤਮ ਕਰਨ ਵਾਸਤੇ ਆਏ ਸਨ। ਕਹਿੰਦੇ ਸਤਿਗੁਰੂ ਨੇ ਕਿਰਪਾ ਕੀਤੀ, ਐਸੀ ਵਿਧ ਬਣ ਗਈ ਵੀ ਤੁਰਕ ਦੇ ਨਾਲ ਹੀ ਲੜਨ ਲੱਗ ਪਏ। ਭਾਵ ਇਧਰੋਂ ਮੀਰ ਮੰਨੂ ਤੇ ਸ਼ਾਹ ਨਵਾਜ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਹੀ ਲੜਾਈ ਛਿੜ ਗਈ। ਕੋੜੇ ਹਿੰਦੂ ਤੁੜਾਵਤ ਚਾਹੇ। ਤੇ ਇਹ ਹੁਣ ਚਾਹੁੰਦੇ ਵੀ ਸਾਡੀ ਜਿਹੜੀ ਕਿ ਰੱਖਿਆ ਕਰਨ ਹਿੰਦੁਸਤਾਨ ਦੇ ਲੋਕ, ਕਿਉਂਕਿ ਇਹ ਚੜ ਕੇ ਆਉਂਦੇ ਸੀ ਗਜਨੀ ਵੱਲੋਂ, ਇਹ ਚੜ ਕੇ ਆਉਂਦੇ ਸੀ ਬਲੋਚਿਸਤਾਨ ਵੱਲੋਂ, ਤੇ ਹੁਣ ਜਿਨ੍ਹਾਂ ਨੂੰ ਲੁੱਟਣ ਵਾਸਤੇ ਆਉਂਦੇ ਸੀ ਭਾਰਤ ਦੇ ਲੋਕਾਂ ਨੂੰ, ਹੁਣ ਇਹ ਦੋਵੇਂ ਚਾਹੁੰਦੇ ਵੀ ਭਾਰਤ ਦੇ ਲੋਕ ਸਾਡੀ ਸਹਾਇਤਾ ਕਰਨ। ਸੋ ਭਾਰਤੀਆਂ ਦੀ ਭਾਵ ਗੁਰੂ ਕੇ ਸਿੱਖਾਂ ਦੀ ਸਹਾਇਤਾ ਦੇ ਨਾਲ ਹੁਣ ਇਹ ਫਤਿਹ ਕਰਨੀ ਚਾਹੁੰਦੇ ਨੇ। ਸੋ ਕਿਸ ਤਰ੍ਹਾਂ ਅੱਗੇ ਜੰਗ ਹੋਵੇਗਾ ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ, ਕਿਉਂਕਿ ਖਾਲਸਾ ਜੀ ਹੁਣ ਜਿਹੜੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਅਗਲੇ ਹਫਤੇ ਸੋਮਵਾਰ ਨੂੰ ਦੁਬਾਰਾ ਆਰੰਭ ਹੋਵੇਗੀ, ਕਿਉਂਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦੇ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪਾਰਕ ਐਵਨਿਊ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਮਹਿਮਾ ਦੀ ਕਥਾ ਕੀਤੀ ਜਾਵੇਗੀ, ਜਿਸ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਖਾਲਸੇ ਦੀ ਮਹਿਮਾ ਬਿਆਨ ਕੀਤੀ ਹੈ ਅਤੇ ਇਹ ਦੱਸਿਆ ਵੀ ਗੁਰੂ ਕਾ ਸਿੱਖ ਖਾਲਸਾ ਕਿਵੇਂ ਬਣ ਸਕਦਾ ਹੈ। ਕਿਉਂਕਿ ਸਿੱਖ ਅਤੇ ਖਾਲਸਾ ਦੋ ਵੱਖਰੇ ਵੱਖਰੇ ਸ਼ਬਦ ਨੇ। ਸਿੱਖ ਖਾਲਸਾ ਕਿਵੇਂ ਬਣ ਸਕਦਾ ਹੈ ਉਹ ਵੀ ਇਸ ਬਾਣੀ ਦੇ ਵਿੱਚ ਸਰਵਣ ਕਰਨ ਨੂੰ ਪ੍ਰਾਪਤ ਹੋਵੇਗਾ। ਤੇ ਗੁਰਦੁਆਰਾ ਹੈਵਲੋਕ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਉੱਥੇ ਖਾਲਸਾ ਮੂਲ ਮੰਤਰ ਦੀ ਕਥਾ ਜੋ ਕਿ ਵਿਸਾਖੀ ਦੇ ਸਮਾਗਮ ਵਿੱਚ ਕੀਤੀ ਜਾਵੇਗੀ, ਜਿਸ ਵਿੱਚ ਅੰਮ੍ਰਿਤ ਬਾਰੇ ਤੇ ਆਨੰਦਪੁਰ ਸਾਹਿਬ ਬਾਰੇ ਤੇ ਪੰਜਾਂ ਵੀਰਾਂ ਬਾਰੇ ਦੱਸਿਆ ਉੱਥੇ ਹੈਵਲੋਕ ਗੁਰਦੁਆਰੇ ਵਿਖੇ ਸਰਵਣ ਕਰਵਾਈ ਜਾਵੇਗੀ। ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਸਮਾਗਮਾਂ ਦੇ ਵਿੱਚ ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ। ਹੁਣ ਆਓ ਗਿਆਨੀ ਜਗਦੇਵ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ, ਉਹ ਆਪ ਜੀ ਦੀ ਹਜ਼ੂਰੀ ਦੇ ਅੰਦਰ ਆ ਚੁੱਕੇ ਨੇ, ਉਹਨਾਂ ਤੋਂ ਵਿਚਾਰਾਂ ਸਰਵਣ ਕਰੀਏ। ਅਰਦਾਸ ਕਰਨੀ ਸੁਣਿਆ ਸੁਣਾਇਆ ਆਪਣੇ ਜੀਵਨ ਵਿੱਚ ਕਮਾ ਸਕੀਏ। ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪ੍ਰੇਮ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਹੈ ਕੇ ਸਦਾ ਸੰਗ ਨੇ ਧਾਰਾ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹਾਂ ਦੀ ਜੋਤ ਹਾਜ਼ਰਾ ਹਜ਼ੂਰ ਸਭ ਕਲਾ ਭਰਪੂਰ, ਬਾਣੀ ਦੇ ਬਹੁਤ ਹਲਤ ਪਲਤ ਕੇ ਰਾਖੇ ਚਵਰਤਾ ਦੇ ਮਾਲਕ ਜਗੋ ਜਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ। ਗੁਰੂ ਰੂਪ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ।